ਇੱਥੇ ਤਾਂ ਤਰਲੇ ਕਰ ਸਾਰਾ ਪੰਜਾਬ ਤੁਸੀਂ ਵੇਚਿਆ ਇੱਕ ਸੀਟ ਪਿੱਛੇ, ਇੱਕ ਵਜ਼ਾਰਤ ਪਿੱਛੇ। ਬਹੁਤ ਅੱਛਾ, ਵਾਹ ਕੀ ਬਾਤ ਹੈ। ਕਿਹੜਾ ਪੰਜਾਬ ਨੂੰ ਵੇਚਦਾ, ਕਿਹੜਾ ਆਪਦਾ ਘਰ ਭਰ ਰਿਹਾ। ਇਹ ਕੈਪਟਨ ਅਮਰਿੰਦਰ ਸਿੰਘ ਤੋਂ ਵੱਧ ਕੋਈ ਨਹੀਂ ਜਾਣਦਾ ਅੱਜ ਕਿਹੜਾ ਕੈਪਟਨ ਆਪਦਾ ਘਰ ਭਰ ਰਿਹਾ। ਬਾਦਲ ਪਿੰਡ ਦੀ ਹਾਲਤ, ਇੱਕ ਪਾਸੇ ਸਵਰਗ, ਇੱਕ ਪਾਸੇ ਗਰੀਬਾਂ ਦਾ ਨਰਕ। ਬਾਦਲ ਪਿੰਡ 'ਚ ਵੇਖੋ ਜਾ ਕੇ, ਗਏ ਹੋ ਕਦੇ? ਕਿਸੇ ਪਿੰਡ ਕਿਸੇ ਸ਼ਹਿਰ 200 ਫੁੱਟ ਚੌੜੀ ਸੜਕ ਸੁਖਬੀਰ ਦੇ ਘਰ ਤੱਕ ਜਾਂਦੀ ਹੈ ਬਸ। ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲੇ ਵੀ ਸਭ ਤੋਂ ਵੱਧ ਪੈਸਾ ਲੱਗਿਆ ਉਦੋਂ। ਇਹ ਬਾਦਲ ਪਿੰਡ ਦੀ ਗੱਲ ਨਾ ਕਰੋ, ਹਰੇਕ ਪਿੰਡ ਦੇ ਵਿੱਚ ਡਿਵੈਲਪਮੈਂਟ ਵਾਸਤੇ ਹੀ ਲਾਏ। ਔਰ ਡਾਕਟਰ ਸੰਧੂ ਸਾਹਿਬ ਮੇਰੀ ਗੱਲ ਸੁਣੋ, ਇੱਕ ਮਿੰਟ ਮੇਰੀ ਗੱਲ ਸੁਣੋ। ਹੁਣ ਇਲਜ਼ਾਮ ਬੜੇ ਲਾਤੇ, ਇਲੈਕਸ਼ਨਾਂ ਤੋਂ ਪਹਿਲਾਂ ਵੀ ਇਲਜ਼ਾਮ ਬੜੇ ਲਾਤੇ। ਸਰਕਾਰ ਬਣਾ ਲਈ, ਗੁਟਕਾ ਸਾਹਿਬ ਦੀ ਸਹੁੰ ਚੱਕ ਕੇ 3.5 ਸਾਲ ਤੁਹਾਡੇ ਸਰਕਾਰ ਹੋ ਗਈ, ਇੱਕ ਤੁਸੀਂ ਇਲਜ਼ਾਮ ਪੂਰਾ ਕੀਤਾ? ਇਹ ਬਕਵਾਸ ਕਰੀ ਜਾਂਦੇ ਹੋ ਹਮੇਸ਼ਾ ਆ ਕੇ, ਐਲੀਗੇਸ਼ਨ ਲਾਣੇ, ਕਰਪਸ਼ਨ ਕਰ ਲਈ। ਜੇ ਕਰਪਸ਼ਨ ਕੀਤੀ ਹੈ ਕਿਸੇ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਵੇਲੇ, ਪੈਸਾ ਖਾਧਾ, ਤੁਹਾਨੂੰ ਸਰਕਾਰ ਇਸੇ ਵਾਸਤੇ ਦਿੱਤੀ ਸੀ। ਨੋ ਐਵੇਂ ਬੋਲਣ ਵਾਸਤੇ ਬਕਵਾਸ ਬੋਲੋ ਨਾ ਤੁਸੀਂ। ਓਕੇ ਜੀ 15 ਸੀਟਾਂ ਤੇ ਆ ਗਏ, ਤੁਹਾਨੂੰ ਸ਼ਰਮ ਨਹੀਂ ਆਈ? ਤੇ ਸਾਨੂੰ ਕਹੀ ਜਾਂਦੇ 3.5। ਚਲੋ ਆਪਾਂ ਰਾਸ਼ੀ ਰੈਲੀ ਖੜਾ ਨਾ ਬਣਾਈਏ। ਡਾਕਟਰ ਸੰਧੂ, ਦੀਪਾ ਜੀ ਤੋਂ ਘੱਟ ਸੀਟਾਂ ਨਾ ਰਹਿ ਜਾਣ ਤੁਹਾਡੀਆਂ। ਤੁਸੀਂ ਸਰ ਆਪਾਂ ਮੈਂ ਕੇਜਰੀਵਾਲ ਵਰਗੇ ਇਮਾਨਦਾਰ ਬੰਦਿਆਂ ਦੀ ਗੱਲ ਨਹੀਂ ਕਰਦਾ, ਮੈਂ ਭਗਵੰਤ ਮਾਨ ਵਰਗੇ ਇਮਾਨਦਾਰ ਬੰਦਿਆਂ ਦੀ ਗੱਲ ਨਹੀਂ ਕਰਦਾਗਾ। ਤੁਸੀਂ ਸਾਰੇ ਪਾਸੇ ਕਰਦੇ। ਚਲੋ ਨੀਲ ਗਰਗ ਨੂੰ ਆਪਣੀ ਗੱਲ ਕਹਿ ਲੈਣ ਦਿਓ। ਗਗਨ ਮਾਨ ਜੀ ਗਗਨ ਮਾਨ 10 ਦਿਨਾਂ 'ਚ ਕੱਢ ਕੇ ਬਾਹਰ ਮਾਰੂਗਾ ਭਗਵੰਤ ਮਾਨ। ਓਕੇ ਸਰ। ਡਾਕਟਰ ਸਾਹਿਬ ਟੇਕ ਕੇ ਬੈਠ ਜਾਓ ਹੁਣ ਤੁਸੀਂ। ਡਾਕਟਰ ਸਾਹਿਬ 10 ਮਿੰਟ ਟੇਕ ਕੇ ਬੈਠ ਜਾਓ। ਕਾਂਗਰਸ ਪਾਰਟੀ ਆਪਦੇ ਕਲੇਸ਼ ਤੋਂ ਡਰਦੀ ਨਹੀਂ, ਸੈਸ਼ਨ ਛੋਟਾ ਰੱਖਿਆ, ਵਿਰੋਧੀਆਂ ਦਾ ਡਰ ਨਹੀਂ, ਤੁਸੀਂ ਇਹ ਕਹਿ ਰਹੇ ਹੋ? ਆਪਦੇ ਐਮਐਲਏ ਇਹਨਾਂ ਦੇ ਇੰਨੇ ਖਿਲਾਫ ਹੈ, ਇੰਨੀ ਡਿਸਸੈਟੀਸਫੈਕਸ਼ਨ ਹੈ। ਕੈਪਟਨ ਅਮਰਿੰਦਰ ਸਿੰਘ ਕਿਸੇ ਨੂੰ ਮਿਲਦਾ ਨਹੀਂ, ਲੁੱਟ ਪਈ ਹੋਈ ਆ। ਇਹ ਤਾਂ ਆਪਾਂ ਨੂੰ ਪਤਾ ਮੈਂਬਰ ਪਾਰਲੀਮੈਂਟ ਕਿਵੇਂ ਚਿੱਠੀਆਂ ਲਿਖਦੇ ਆ, ਔਰ ਚਿੱਠੀਆਂ ਦੀ ਕਿੰਨੀ ਕੁ ਪਰਵਾਹ ਕਰਦਾ। ਔਰ ਜੋ ਟੀਵੀ ਦੇ ਵਿੱਚ ਇਹਨਾਂ ਦਾ ਮੈਂ ਕਹਿੰਦਾ ਜੂਤ ਪਟਾਂਗ ਹੋ ਰਹੀ ਹੈ, ਇਹ ਕਦੀ ਵੇਖਿਆ ਕਿਸੇ ਪਾਰਟੀ ਵਿੱਚ? ਸਾਡੀ ਪਾਰਟੀ ਦੀ ਗੱਲ ਕਰਦੇ ਆ। ਗਰਗ ਸਾਹਿਬ ਤੇ ਦੀਪਾ ਜੀ, ਤੁਸੀਂ ਤਾਂ ਬੜੇ, ਦੀਪਾ ਜੀ ਤਾਂ ਪੁਰਾਣੇ ਸਿਆਸੀ ਬੰਦੇ ਆ। ਇਹ ਫੈਸਲੇ ਸਰਕਾਰ ਨੇ ਨਹੀਂ ਲੈਣੇ ਹੁੰਦੇ, ਸਪੀਕਰ ਨੇ ਲੈਣੇ ਹੁੰਦੇ ਕਿ ਕਿਹੜਾ ਕੁਐਸਚਨ ਲਾਓ ਕਰਨਾ, ਕਿਹੜਾ ਨਹੀਂ ਕਰਨਾ। ਅੱਛਾ, ਆਪਾਂ ਨੂੰ ਵੀ ਪਤਾ ਸਪੀਕਰ ਕਿੰਨਾ ਹੈ। ਤੁਹਾਡੀ ਤਿਆਰੀ ਪੂਰੀ ਹੁੰਦੀ ਹੈ। ਅੱਛਾ, ਬਾਹਰ ਆ ਕੇ ਤੁਸੀਂ ਬੜਾ ਬੈਨਰ, ਪੋਸਟਰ, ਤਰ੍ਹਾਂ ਦੀਆਂ ਫੋਟੋਆਂ ਖਿੱਚ ਕੇ ਆਰਟਿਸਟ ਬਣ ਜਾਂਦੇ ਸਾਰੇ। ਰੌਲਾ ਇਹ ਹੈ ਵੀ ਉਹ ਜਦੋਂ ਵਿਧਾਨ ਸਭਾ 4 ਦਿਨ ਚੱਲਦਾ, 1 ਦਿਨ ਚੱਲਦਾ, 10 ਦਿਨ ਚੱਲਦਾ, ਉਦੋਂ ਤੁਹਾਨੂੰ ਬੜਾ ਜੋਸ਼ ਆਉਂਦਾ, ਤੇ ਉਦੋਂ ਮੁੜ ਕੇ 6 ਮਹੀਨੇ ਤੁਸੀਂ ਸੌ ਜਾਂਦੇ ਆ ਵੀ ਚਲੋ ਉਦੋਂ ਤੇ ਆਪਾਂ ਤਿਆਰ ਕਰ ਲਈਏ ਪੋਸਟਰ, ਫਿਰ ਮਜਮਾ ਲਾਵਾਂਗੇ। ਕਿ ਸਾਡੀ ਸਰਕਾਰ ਨੂੰ ਸਾਡਾ ਐਮਐਲਏ ਸਵਾਲ ਕਰ ਸਕਦਾ ਜਦੋਂ ਲੋਕ ਉਹਨੂੰ ਸਵਾਲ ਕਰਦੇ ਆ ਵੀ ਇਹਨਾਂ ਮਸਲਿਆਂ ਤੇ ਐਮਐਲਏ ਸਾਹਿਬ ਜਵਾਬ ਦਿਓ। ਉਹ ਸਿੱਧਾ ਸਰਕਾਰ ਨੂੰ ਚਿੱਠੀ ਵੀ ਲਿਖਦਾ ਹੈ, ਜਾ ਕੇ ਬੋਲਦਾ ਵੀ ਹੈ, ਔਰ ਸਰਕਾਰ ਉਹਨੂੰ ਗੌਲਦੀ ਵੀ ਹੈ। ਕਿੰਨਾ ਕਰ ਸਕਦੀ ਹੈ ਇਹ ਡਿਪੈਂਡ ਕਰਦਾ ਹੈ ਕਿ ਸਾਡੇ ਕੋਲ ਬਜਟ ਪੋਜੀਸ਼ਨ ਕੀ ਹੈ। ਮੈਂ ਡਾਕਟਰ ਸੰਧੂ ਦੀ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਨਹੀਂ ਹਾਂ। ਨਾਲੇ ਕਹਿੰਦੇ ਪ੍ਰਧਾਨ ਮੰਤਰੀ ਕਹਿੰਦਾ 5% ਲੋਨ ਲੈ ਲਓ, ਪੈਸਾ ਕੋਈ ਨਹੀਂ ਦੇਣਾ। ਮੈਨੂੰ ਇਹ ਦੱਸੋ, ਜੇ ਲੱਖਾਂ ਕਰੋੜਾਂ ਰੁਪਏ ਅਡਾਨੀਆਂ ਅੰਬਾਨੀਆਂ ਦੇ ਲੋਨਾਂ ਦੇ ਮਾਫ ਕੀਤੇ ਜਾ ਸਕਦੇ, ਇਹੋ ਜਿਹੇ ਹਾਲਾਤਾਂ ਦੇ ਵਿੱਚ ਉਹ ਪੈਸਾ ਸਟੇਟਾਂ ਦਾ ਸੈਂਟਰ ਮਾਫ ਨਹੀਂ ਕਰ ਸਕਦੀ ਜਿਹੜਾ ਡਿਊ ਹੈ। ਇਹ ਜਿਹੜੀ ਭਾਈਵਾਲ ਪਾਰਟੀ ਹੈ, ਝੋਲੀ ਚੱਕ ਆਰਐਸਐਸ ਤੇ ਬੀਜੇਪੀ ਦੀ, ਜਿਹੜੇ ਹੁਣ ਤੱਕ ਇੱਕ ਵਜ਼ਾਰਤ ਨਹੀਂ ਛੱਡ ਸਕੇ ਪੰਜਾਬ ਦੇ ਮੁੱਦਿਆਂ ਵਾਸਤੇ, ਵਿਧਾਨ ਸਭਾ 'ਚ ਰੌਲਾ ਪਾਉਣ ਨੂੰ ਤਿਆਰ ਹੈ। ਸੈਂਟਰ ਕੋਲੇ ਜਾਂਦੇ ਆ ਤਾਂ ਪੂਛ ਜਿਹੜੀ ਪਤਾ ਨਹੀਂ ਕਿੱਥੇ ਹੁੰਦੀ ਹੈ, ਤੇ ਉਹ ਕੀ ਮਸਲੇ ਚੱਕਣਗੇ ਵਿਧਾਨ ਸਭਾ 'ਚ, ਕੀ ਰੌਲਾ ਪਾਉਣਗੇ? ਨਜ਼ਰੀਆ ਦੀ ਡਿਬੇਟ, ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਦਾ ਸਵਾਗਤ। ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਇੱਕ ਰੋਜ਼ਾ ਸੈਸ਼ਨ ਫੈਸਲਾ ਲੈ ਲਿਆ ਗਿਆ। 28 ਅਗਸਤ ਨੂੰ ਹੋ ਰਿਹਾ ਸੈਸ਼ਨ। ਸਵਾਲ ਇਹ ਉੱਠ ਰਿਹਾ ਕਿ ਕਰੋਨਾ ਮਹਾਮਾਰੀ ਦੇ ਚਲਦਿਆਂ ਇਹ ਜ਼ਰੂਰ ਕਿਹਾ ਗਿਆ ਕਿ ਇਸ ਕਰਕੇ ਸੈਸ਼ਨ ਸੰਖੇਪ ਰੱਖਿਆ ਗਿਆ, ਪਰ ਜ਼ਿੰਦਗੀ ਦੇ ਜੋ ਹੋਰ ਖੇਤਰਾਂ ਦੇ ਜ਼ਿੰਦਗੀ ਆਮ ਵਾਂਗ ਚੱਲਣ ਦੇ ਲਈ ਫੈਸਲੇ ਲਏ ਗਏ ਆ। ਮਾਰਕੀਟਾਂ ਦੀ ਗੱਲ ਕਰ ਲਈਏ, ਇੰਡਸਟਰੀ ਦੀ ਗੱਲ ਕਰ ਲਈਏ, ਵੱਖ-ਵੱਖ ਫੀਲਡਾਂ ਦੀ ਗੱਲ ਕਰ ਲਈਏ, ਮਾਲ ਖੁੱਲ੍ਹੇ ਹੈ, ਠੇਕੇ ਖੁੱਲ੍ਹੇ ਹੈ, ਸੜਕਾਂ 'ਤੇ ਆਵਾਜਾਈ ਹੈ। ਪੰਜਾਬ ਵਿਧਾਨ ਸਭਾ ਦੇ ਪਵਿੱਤਰ ਸੈਸ਼ਨ 'ਚ ਜਿੱਥੇ ਲੋਕਾਂ ਦੇ ਮੁੱਦਿਆਂ 'ਤੇ ਚਰਚਾ ਹੋਣੀ ਹੈ, ਮੁੱਦੇ ਵੀ ਉਹ ਖੇਤੀ ਆਰਡੀਨੈਂਸ ਦੀ ਗੱਲ ਹੈ, ਬਹੁਤ ਵੱਡਾ ਮੁੱਦਾ। ਸਤਲੁਜ ਜਮਨਾ ਲਿੰਕ ਨਹਿਰ, ਜਦੋਂ ਅਸੀਂ ਡਿਬੇਟ ਕਰ ਰਹੇ ਹਾਂ ਇਸ ਮੁੱਦੇ 'ਤੇ, ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਕਰ ਰਿਹਾ ਗੱਲਬਾਤ ਕਿ ਇਸ ਵੇਲੇ ਬਣਨੀ ਚਾਹੀਦੀ ਹੈ ਕਿ ਨਹੀਂ ਬਣਨੀ ਚਾਹੀਦੀ। ਰੁਜ਼ਗਾਰ ਦਾ ਮਾਮਲਾ, ਨਸ਼ਿਆਂ ਦਾ ਮੁੱਦਾ,
ਬਹੁਤ ਸਾਰੇ ਇਸ਼ੂ ਹੈ, ਇਹਨਾਂ ਮੁੱਦਿਆਂ ਤੇ ਚਰਚਾ ਹੋ ਸਕਦੀ ਸੀ। ਖਾਸ ਤੌਰ ਤੇ ਕਾਂਗਰਸ ਦੇ ਅੰਦਰੋਂ ਵੀ ਇਹ ਆਵਾਜ਼ ਉੱਠਦੀ ਰਹੀ ਹੈ ਕਿ ਖੇਤੀ ਆਰਡੀਨੈਂਸਾਂ ਦੇ ਮੁੱਦੇ ਤੇ ਖਾਸ ਜਿਹੜੀ ਬਹਿਸ ਹੋਣੀ ਚਾਹੀਦੀ ਹੈ। ਫਿਰ ਸੈਸ਼ਨ ਦੇ ਨਾਂ ਤੇ ਖਾਨਾ ਪੂਰਤੀ ਕਿਉਂ? ਸੈਸ਼ਨ ਦੇ ਬਾਹਰ ਵਿਰੋਧੀ ਧਿਰਾਂ ਵੱਲੋਂ ਧਰਨੇ ਦਿੱਤੇ ਜਾ ਰਹੇ ਆ, ਮੁਜ਼ਾਹਰੇ ਕੀਤੇ ਜਾ ਰਹੇ ਆ। ਇਹਨਾਂ ਸਾਰੇ ਮਾਮਲਿਆਂ ਤੇ ਮੇਰੇ ਨਾਲ ਪੈਨਲ ਤੇ ਇਸ ਵੇਲੇ ਜਿਹੜੇ ਖਾਸ ਮਹਿਮਾਨ ਸਾਡੇ ਨਾਲ ਜੁੜ ਚੁੱਕੇ ਆ, ਡਾਕਟਰ ਗੁਰਪ੍ਰੀਤ ਸਿੰਘ ਸੰਧੂ ਕਾਂਗਰਸ ਪਾਰਟੀ ਦੇ ਬੁਲਾਰੇ ਨੇ, ਨੀਲ ਗਰਗ ਜੀ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ, ਰਜਿੰਦਰ ਦੀਪਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ। ਤਿੰਨੇ ਹੀ ਸਾਡੇ ਕਦਾਵਰ ਆਗੂਆਂ ਨੂੰ, ਪਾਰਟੀਆਂ ਦੇ ਬੁਲਾਰਿਆਂ ਨੂੰ ਮੈਂ ਜੀ ਆਖਦਾ, ਵੈਲਕਮ ਕਰਦਾ। ਥੈਂਕ ਯੂ ਜੀ। ਡਾਕਟਰ ਸੰਧੂ ਪਹਿਲਾ ਸਵਾਲ ਮੈਂ ਜੀ, ਮਿਹਰਬਾਨੀ ਡਾਕਟਰ ਸੰਧੂ, ਪਹਿਲਾ ਸਵਾਲ ਤੁਹਾਡੇ ਤੋਂ ਲੈਣ ਲੱਗਿਆ ਹਾਂ ਜੀ। ਮੌਨਸੂਨ ਸਤਰ, ਤੁਸੀਂ ਅਧਿਕਾਰੀ ਹੋਣ ਦੇ ਨਾਤੇ ਵੀ ਤੁਹਾਡਾ ਤਜਰਬਾ ਹੋਏਗਾ। ਮੌਨਸੂਨ ਸਤਰ ਜਿਹੜਾ ਇੱਕ ਦਿਨ ਦਾ ਬੁਲਾਇਆ ਗਿਆ, ਹਾਂਜੀ, ਕੀ ਇਹ ਕਰੋਨਾ ਮਹਾਮਾਰੀ ਦਾ ਨਾਂ ਲੈ ਕੇ ਸਿਰਫ ਖਾਨਾ ਪੂਰਤੀ ਲਈ, ਕਿਉਂਕਿ 6 ਮਹੀਨਿਆਂ ਬਾਅਦ ਸੈਸ਼ਨ ਕਰਨਾ ਹੀ ਸੀ, ਜਦੋਂ ਕਿ ਵਿਰੋਧੀ ਤਰ੍ਹਾਂ ਕਹਿ ਰਹੀਆਂ ਕਿ ਸੈਸ਼ਨ ਮੁੱਦਿਆਂ ਦੇ ਲਈ ਹੋਣਾ ਚਾਹੀਦਾ ਸੀ ਲੰਬਾ। ਜੀ ਡਾਕਟਰ ਸੰਧੂ। ਦੇਖੋ ਕਿਸ ਵਜ੍ਹਾ ਦੇ ਨਾਲ ਇਹ ਸੈਸ਼ਨ ਇੱਕ ਦਿਨ ਦਾ ਕੀਤਾ ਗਿਆ ਹੈ, ਅਫੀਸ਼ੀਅਲ ਉਹਦੇ ਵਿੱਚ ਜਿਹੜੀ ਦਿੱਤੀ ਗਈ ਹੈ ਲਾਈਨ ਉਹ ਇਹ ਹੈ ਕਿ ਕੋਵਿਡ ਦੇ ਚੱਲਦੇ ਕਿਉਂਕਿ ਬਹੁਤ ਜ਼ਿਆਦਾ ਸਪਾਈਕ ਹੋ ਰਿਹਾ ਸਾਰੇ ਪਾਸੇ, ਪੰਜਾਬ ਦੇ ਵਿੱਚ ਵੀ ਤੇ ਚੰਡੀਗੜ੍ਹ ਦੇ ਵਿੱਚ ਵੀ, ਮੋਹਾਲੀ ਦੇ ਵਿੱਚ ਵੀ, ਤਾਂ ਉਹਨੂੰ ਮੱਦੇਨਜ਼ਰ ਰੱਖਦੇ ਲੰਮਾ ਸੈਸ਼ਨ ਜਿਹੜਾ ਹੈ ਉਹ ਨਾ ਕੀਤਾ ਜਾਵੇ, ਇਹ ਵਜ੍ਹਾ ਦਿੱਤੀ ਗਈ ਹੈ ਜੀ। ਲੇਕਿਨ ਕੀ ਇਹ ਵਜ੍ਹਾ ਵਾਜਬ ਹੈ ਜਾਂ ਸਹੀ ਹੈ, ਇਹਦੇ ਉੱਤੇ ਡਿਬੇਟ ਹੋਣੀ ਵੀ ਚਾਹੀਦੀ ਹੈ ਤੇ ਡਿਬੇਟੇਬਲ ਵੀ ਹੈ ਜੀ। ਆਪਾਂ ਕਰ ਵੀ ਰਹੇ ਹਾਂ। ਹਾਂਜੀ, ਤਾਂ 6 ਮਹੀਨਿਆਂ ਦਾ ਵਕਫਾ ਜਿਹੜਾ ਹੁੰਦਾ ਹੈਗਾ ਬਿਟਵੀਨ 2 ਸੈਸ਼ਨਸ, ਉਹਦੇ ਵਿੱਚ ਇੱਕ ਸੈਸ਼ਨ ਹੋਲਡ ਕਰਨਾ ਲਾਜ਼ਮੀ ਹੁੰਦਾ ਹੈ। ਜੇ ਵਾਕਈ ਇੰਨਾ ਖਤਰਾ ਹੈਗਾ ਕੋਵਿਡ ਦੇ ਉੱਤੋਂ ਕਿ ਸੈਸ਼ਨ ਇੱਕ ਦਿਨ ਦਾ ਕਰਕੇ ਸਿਰਫ ਵਕਤ ਜਾਂ ਖਾਨਾ ਪੂਰਤੀ ਕਰਨੀ ਹੈ ਕਿ 6 ਮਹੀਨਿਆਂ ਦੇ ਵਿੱਚ ਇੱਕ ਵਾਰੀ ਸੈਸ਼ਨ ਬੁਲਾਉਣਾ ਜ਼ਰੂਰੀ ਹੈ, ਤਾਂ ਬੁਲਾ ਲਿਆ। ਤੇ ਉਸ ਤੋਂ ਬਾਅਦ ਜੋ ਪ੍ਰੋਮਿਸ ਕੀਤਾ ਗਿਆ ਗਵਰਨਮੈਂਟ ਵੱਲੋਂ ਕਿ ਜਿਉਂ ਹੀ ਕੋਵਿਡ ਦੇ ਇਨਸੀਡੈਂਸਸ ਘਟਦੇ ਆ ਤਾਂ ਫਿਰ ਸੈਸ਼ਨ ਜਿਹੜਾ ਨੈਕਸਟ ਹੋਊਗਾ ਉਹ ਇਹਨੂੰ ਕੰਪਨਸੇਟ ਕਰਕੇ ਉਹ ਥੋੜਾ ਲੰਮਾ ਕੀਤਾ ਜਾਊਗਾ, ਜੋ ਆਫੀਸ਼ੀਅਲ ਲਾਈਨ ਹੈ ਇਹਦੇ ਤੇ, ਠੀਕ ਹੈ ਜੀ। ਲੇਕਿਨ ਜੀ ਜਿਵੇਂ ਤੁਸੀਂ ਕਿਹਾ ਬਈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਖੁੱਲ ਗਈਆਂ ਨੇ, ਖੋਲ ਦਿੱਤੀਆਂ ਗਈਆਂ ਨੇ, ਮਾਲਸ ਖੁੱਲ ਗਏ ਆ, ਸ਼ਰਾਬ ਦੇ ਠੇਕੇ ਖੁੱਲ ਗਏ ਆ, ਕਾਫੀ ਕੁਝ ਜਿਹੜਾ ਹੈਗਾ ਲੋਕਾਂ ਦੀ ਜਿੱਥੇ ਪਾਰਟਿਸਿਪੇਸ਼ਨ ਹੈ ਉਹ ਖੁੱਲ ਗਈਆਂ ਚੀਜ਼ਾਂ। ਤੇ ਇਹਦੀ ਅਸੈਸਮੈਂਟ ਵੀ ਵਿਧਾਨ ਸਭਾ ਖੋਲਣ ਦੇ ਨਾਲ ਐਮਐਲਏ ਨੂੰ ਤੇ ਵਜ਼ੀਰਾਂ ਨੂੰ, ਤੇ ਕਿਉਂਕਿ ਹੋਰ ਤਾਂ ਉੱਥੇ ਗੈਲਰੀ ਦੇ ਵਿੱਚ ਤਾਂ ਕਿਸੇ ਨੇ ਜਾਣਾ ਨਹੀਂ, ਉਹ ਤਾਂ ਬੈਂਡ ਹੈ। ਪਾਰਲੀਮੈਂਟ 'ਚ ਵੀ ਕਹਿਤਾ ਉਹਨਾਂ ਨੇ, ਪਾਰਲੀਮੈਂਟ ਨੂੰ ਸਾਰੀ ਨੂੰ ਰੀਮੈਪ ਕਰਕੇ ਗੈਲਰੀ ਦੇ ਵਿੱਚ ਐਮਪੀਆਂ ਨੂੰ ਦੂਰ ਦੂਰ ਬਿਠਾ ਕੇ ਸੈਸ਼ਨ ਉਹ ਵੀ ਹੋਲਡ ਕਰ ਰਹੇ ਆ ਸੈਂਟਰ ਦੇ ਵਿੱਚ। ਸੋ ਕੀ ਸਾਡੇ ਕੋਲੇ ਇਨਫ ਸਪੇਸ ਹੈਗੀ ਹੈ ਕਿ ਅਸੀਂ ਦੂਰ ਦੂਰ ਕਰਕੇ ਬਿਠਾ ਕੇ ਸੈਸ਼ਨ ਲੰਮਾ ਕਰ ਸਕਦੇ ਸੀ ਜਾਂ ਕਰਨਾ ਚਾਹੀਦਾ ਸੀਗਾ? ਮੇਰੇ ਹਿਸਾਬ ਨਾਲ ਕਰਨਾ ਚਾਹੀਦਾ ਸੀਗਾ, ਕਿਉਂਕਿ ਗਵਰਨਮੈਂਟ ਨੂੰ 3.5-4 ਸਾਲ ਉੱਤੇ ਹੋ ਗਏ ਆ ਔਰ ਬਹੁਤ ਇਸ਼ੂਜ਼ ਨੇ ਜਿਹਦੇ ਉੱਤੇ ਵੇਖੋ ਇਹ ਦੋ ਚੀਜ਼ਾਂ ਨੇ ਇਹਦੇ ਵਿੱਚ। ਇੱਕ ਤਾਂ ਹੈਗੀ ਹੈ ਪਾਰਟੀ ਦੀ ਸੋਚ ਕਿ ਸਾਡਾ 2022 ਦੇ ਵਿੱਚ ਇਲੈਕਸ਼ਨ ਆਇਆ ਤੇ ਅਸੀਂ ਪਹਿਲਾਂ ਹੀ ਬਹੁਤ ਪਿਛੜ ਰਹੇ ਹਾਂ ਆਪਦੇ ਵਾਅਦਿਆਂ ਤੋਂ। ਹਾਲਾਂਕਿ ਅਸੀਂ ਵਾਅਦਿਆਂ ਤੋਂ ਭੱਜੇ ਨਹੀਂ ਗਏ ਲੇਕਿਨ ਪਿਛੜੇ ਜ਼ਰੂਰ ਹੈ। ਤੇ ਦੂਜੀ ਗੱਲ ਇਹ ਹੈ ਵੀ ਜੇ ਸਾਡੇ ਕੋਲੇ ਵਕਤ ਥੋੜਾ ਤੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੁਝ ਇਹੋ ਜਿਹੀਆਂ ਚੀਜ਼ਾਂ ਜਾਂ ਅਨਾਉਂਸਮੈਂਟਸ ਜਾਂ ਲੋਕਾਂ ਨੂੰ ਇਹੋ ਜਿਹੇ ਮੈਸੇजेस ਦਿੱਤੇ ਜਾ ਸਕਦੇ ਸੀ ਜਿਹਦੇ ਨਾਲ ਲੋਕਾਂ ਦੇ ਵਿੱਚ ਫੇਰ ਧਰਵਾਸ ਵੱਜ ਜਾਵੇ ਤੇ ਹੋਪ ਬਣ ਜਾਵੇ ਕਿ ਹਾਂ ਰਹਿੰਦੇ 1.5 ਸਾਲ ਦੇ ਵਿੱਚ ਇਹ ਸਰਕਾਰ ਜਿਹੜੀ ਹੈ ਆਪਦੇ ਪ੍ਰੋਮਿਸ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦਾ ਪੁਰਜ਼ੋਰ ਉਪਰਾਲਾ ਕਰੂਗੀ। ਸੋ ਇਹ ਜੀ ਡਾਕਟਰ ਸੰਧੂ ਵਧੀਆ ਮੌਕਾ ਸੀ ਇਸਤੇਮਾਲ ਕਰਨ ਦਾ ਵਧੀਆ ਮੌਕਾ ਸੀ ਸਰਕਾਰ ਦੇ ਲਈ। ਵਧੀਆ ਮੌਕਾ ਸੀ। ਕਿਉਂ ਕੀਤਾ ਗਿਆ ਇਹ ਹੁਣ ਕੈਬਨਿਟ ਦਾ ਫੈਸਲਾ ਜੀ। ਇਹਦੇ ਉੱਤੇ ਮੈਂ ਬਤੌਰ ਪ੍ਰਵਕਤਾ ਕੋਈ ਕਮੈਂਟ ਦੇਵਾਂ ਜਾਂ ਨਾ ਦੇਵਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਕੈਬਨਿਟ ਨੇ ਫੈਸਲਾ ਲਿਆ ਇੱਕ ਦਿਨ ਦਾ ਅਨਾਉਂਸ ਕਰਤਾ। ਹਾਂਜੀ, ਸੋ ਆਪਾਂ ਇਸ ਗੱਲ ਤੇ ਬਹਿਸ ਕਰ ਸਕਦੇ ਹਾਂ ਜਾਂ ਕਰ ਰਹੇ ਹਾਂ ਕਿ ਕੀ ਇਹ ਐਕਸਟੈਂਡ 4-5 ਦਿਨ ਤੱਕ ਹੋ ਸਕਦਾ ਸੀ ਮੇਰੇ ਹਿਸਾਬ ਨਾਲ ਹੋਣਾ ਚਾਹੀਦਾ ਸੀ ਕਿਉਂਕਿ ਲੋਕਾਂ ਦੇ ਮੁੱਦੇ ਤਾਂ ਵਿਧਾਨ ਸਭਾ 'ਚ ਹੀ ਚੱਕੇ ਜਾਣੇ ਆ। ਇਹ ਬਹਿਸਾਂ ਦੇ ਵਿੱਚ ਡਾਕਟਰ ਸੰਧੂ
ਡਾਕਟਰ ਸੰਧੂ, ਤੁਹਾਡੇ ਗੁਆਂਢ ਦੇ ਵਿੱਚ ਪੰਜਾਬ ਦੇ ਨਾਲ ਆਪਾਂ ਨੂੰ ਪਤਾ ਵੀ ਹਰਿਆਣਾ ਅਸੈਂਬਲੀ ਵੀ ਨਾਲ ਹੀ ਹੈ। ਘੱਟੋ ਘੱਟ ਹਰਿਆਣਾ ਵਾਲਿਆਂ ਨੇ ਵੀ 3 ਦਿਨ ਦਾ ਸੈਸ਼ਨ ਤਾਂ ਬੁਲਾਇਆ ਹੀ ਨਾ, 3 ਦਿਨ ਦਾ ਸੈਸ਼ਨ ਹੈ, ਅਸੀਂ ਉਹਨਾਂ ਤੋਂ ਵੀ ਛੋਟਾ ਕਰਤਾ 1 ਦਿਨ ਦਾ। ਨਹੀਂ ਚਲੋ, ਹਰਿਆਣੇ ਨੇ ਕੀ ਕੀਤਾ, ਵੀ ਆਰ ਨਾਟ ਕੰਸਰਨਡ ਵਿਦ ਦੈਟ। ਸਾਡੇ ਮੁੱਦੇ ਹੋਰ ਨੇ, ਹਰਿਆਣੇ ਦੇ ਮੁੱਦੇ ਹੋਰ ਨੇ। ਹੁਣ ਅੱਜ ਇੱਕ ਮੁੱਦਾ ਬਹੁਤ ਵੱਡਾ ਚੱਲ ਰਿਹਾ ਜਿਹਦੇ 'ਚ 2 ਚੀਫ ਮਿਨਿਸਟਰ ਬੈਠ ਕੇ SYL ਜਿਹੜਾ ਕਿ 1900 ਪਤਾ ਨਹੀਂ 78 ਦਾ ਲਟਕ ਰਿਹਾ ਸਰ, ਮੈਂ ਉਹ ਯੈਸ ਹਾਂਜੀ ਸਰ, ਮੈਂ ਮੁੱਦਿਆਂ ਤੇ ਆਣਾ ਤੁਹਾਡੇ ਵੱਲ। ਪਹਿਲਾਂ ਮੈਂ ਸੈਸ਼ਨ ਬਾਰੇ ਕਮੈਂਟਸ ਲੈ ਲਾਂ, ਸੈਸ਼ਨ ਬਾਰੇ ਕਮੈਂਟਸ ਲੈ ਲਾਂ ਸਰ, ਮੈਂ ਵਾਪਸ ਆਵਾਂ ਮੁੱਦਿਆਂ ਤੇ ਗੱਲ ਕਰਾਂ। ਠੀਕ ਹੈ ਜੀ, ਠੀਕ ਹੈ। ਹਾਂਜੀ ਨੀਲ ਗਰਗ ਜੀ, ਮਿਹਰਬਾਨੀ। ਨੀਲ ਗਰਗ, ਮੈਂ ਤੁਹਾਡੇ ਕਮੈਂਟਸ ਸੁਣਾ। ਜਿਹੜਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ 1 ਰੋਜ਼ਾ ਕੀਤਾ ਗਿਆ, ਕਿਹਾ ਇਹ ਗਿਆ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਕਿ ਜ਼ਿੰਦਗੀ 'ਚ ਹੋਰ ਸਾਰਾ ਕੁਝ ਕਰੋਨਾ ਮਹਾਮਾਰੀ ਦੇ ਚੱਲਦਿਆਂ ਆਪਾਂ ਬੰਦ ਕਰ ਦਿੱਤਾ, ਠੱਪ ਕਰ ਦਿੱਤਾ, ਤੇ ਫਿਰ ਸੈਸ਼ਨ ਤੇ ਹੀ ਕਰੋਨਾ ਮਹਾਮਾਰੀ ਦਾ ਠੱਪਾ ਕਿਉਂ? ਜੀ ਗਰਗ ਜੀ। ਦੇਖੋ ਜਗਤਾਰ ਜੀ, ਗੱਲ ਇਹ ਹੈ ਵੀ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਕਰੋਨਾ ਬਹੁਤ ਬੁਰੀ ਤਰੀਕੇ ਨਾਲ ਫੈਲ ਚੁੱਕਿਆ, ਔਰ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਹੈਗਾ ਮਰੀਜ਼ਾਂ ਦਾ ਅੰਕੜਾ ਵੱਧ ਰਿਹਾ ਹੈ। ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਪਰ ਕਰੋਨਾ ਨੂੰ ਕਿਤੇ ਨਾ ਕਿਤੇ, ਚਾਹੇ ਉਹ ਕੇਂਦਰ ਸਰਕਾਰ ਹੈ ਜਾਂ ਪੰਜਾਬ ਸਰਕਾਰ ਹੈ, ਇੱਕ ਬਹਾਨੇ ਦੇ ਰੂਪ ਦੇ ਵਿੱਚ ਵੀ ਵਰਤ ਰਹੀ ਹੈ। ਔਰ ਜਿਹੜੀ ਇਹ ਰਾਜਾਸ਼ਾਹੀ ਸਰਕਾਰ ਹੈ, ਇਸ ਨੇ ਤਾਂ ਕਰੋਨਾ ਨੂੰ ਇੱਕ ਕਾਰਪਟ ਤੌਰ ਤੇ ਵਰਤਣਾ ਸ਼ੁਰੂ ਕੀਤਾ ਹੋਇਆ ਜਦੋਂ ਦਾ ਇਹ ਕਰੋਨਾ ਆਇਆ ਹੈਗਾ। ਇਹ ਕੋਈ ਪਹਿਲੀ ਵਾਰੀ ਨਹੀਂ ਹੈ ਵੀ ਇੱਕ ਸੈਸ਼ਨ 1 ਦਿਨ ਦਾ ਹੈਗਾ ਕਰੋਨਾ ਕਰਕੇ। ਵੈਸੇ ਵੀ ਤੁਸੀਂ ਇਸ ਸਰਕਾਰ ਦੇ ਪਿਛਲੇ 3.5 ਸਾਲ ਦੇਖੋਗੇ, ਹਮੇਸ਼ਾ ਹੀ ਜਿਹੜਾ ਇਹ ਸੈਸ਼ਨ ਦਾ ਛੋਟਾ ਕਰ ਰੱਖ ਕੇ ਮੁੱਦਿਆਂ ਤੋਂ ਭੱਜਦੀ ਨਜ਼ਰ ਆਈ ਹੈ। ਪਿਛਲਾ ਸੈਸ਼ਨ ਜੇ ਅਸੀਂ 3.5 ਸਾਲਾਂ 'ਚ ਦੇਖੀਏ, ਥੋੜਾ ਜਿਹਾ ਲੰਬਾ ਸੀ ਦੂਜਿਆਂ ਦੇ ਕੰਪੈਰੀਜ਼ਨ ਦੇ ਵਿੱਚ, ਤਾਂ ਉਸ ਟਾਈਮ ਤੇ ਤੁਸੀਂ ਵੇਖਿਆ ਪੂਰੇ ਦੀ ਪੂਰੇ ਸੈਸ਼ਨ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਸਰਕਾਰ ਜਿਹੜੀ ਉਹ ਗੋਡਿਆਂ ਦੇ ਪਰਨੇ ਹੈਗੀ ਸੀ। ਕਿਉਂਕਿ ਇਹ ਜਿਹੜਾ ਸੈਸ਼ਨ ਹੈਗਾ, ਜਦੋਂ 1 ਦਿਨ ਦਾ ਅਸੀਂ ਸੈਸ਼ਨ ਕਰ ਸਕਦੇ ਹਾਂ, ਤਾਂ ਫਿਰ ਉਹ 3 ਦਿਨਾਂ ਦਾ ਵੀ ਹੋ ਸਕਦਾ ਸੀ, 4 ਦਿਨਾਂ ਦਾ ਵੀ ਹੋ ਸਕਦਾ ਸੀ, 5 ਦਿਨਾਂ ਦਾ ਵੀ ਹੋ ਸਕਦਾ ਸੀ, ਜਾਂ ਤਾਂ ਫਿਰ 1 ਦਿਨ ਦਾ ਵੀ ਨਾ ਕਰਦੇ। ਤਾਂ ਇਹ ਨਜ਼ਰ ਆਉਂਦਾ ਹੈ ਕਿ ਜਿਹੜਾ 1 ਦਿਨ ਦਾ ਇਹ ਸੈਸ਼ਨ ਕਰ ਰਹੇ ਨੇ, ਸਿਰਫ ਤੇ ਸਿਰਫ ਖਾਨਾ ਪੂਰਤੀ ਕਰ ਰਹੇ ਆ। ਬਹੁਤ ਸਾਰੇ ਐਸੇ ਮੁੱਦੇ ਸੀ, ਗੰਭੀਰ ਮੁੱਦੇ ਸੀ, ਜਿਹੜੇ ਕਿ ਉੱਥੇ ਡਿਸਕਸ ਕਰਨੇ ਬਣਦੇ ਸੀ। ਹੁਣ ਰੀਸੈਂਟਲੀ ਜਿਹੜਾ ਜਿਸ ਤਰੀਕੇ ਨਾਲ ਆਲੂ ਵਾਲੀ ਕਮੇਟੀ ਦੀਆਂ ਜਿਹੜੀਆਂ ਰਿਕਮੈਂਡੇਸ਼ਨਸ ਆਈਆਂ ਨੇ, ਜਿਸਨੇ ਕਿ ਪੂਰੀ ਤਰੀਕੇ ਨਾਲ ਪੰਜਾਬ ਦੀ ਆਰਥਿਕਤਾ ਨੂੰ ਤਹਿਸ ਨਹਿਸ ਕਰ ਦੇਣਾ ਹੈ, ਪੰਜਾਬ ਦੇ ਹਰ ਤਬਕੇ ਨੂੰ ਯਾਨੀ ਕਿ ਉਸਨੇ ਦਰੜ ਕੇ ਰੱਖ ਦੇਣਾ ਹੈਗਾ, ਉਹਦੇ ਉੱਤੇ ਬਹਿਸ ਕਰਨੀ ਬਣਦੀ ਸੀ। ਜੇ ਅਸੀਂ ਨਜਾਇਜ਼ ਸ਼ਰਾਬ ਦੇ ਨਾਲ ਬੀਤੇ ਦਿਨ ਯਾਨੀ ਕਿ ਸੈਂਕੜੇ ਮੌਤਾਂ ਹੋਈਆਂ ਨੇ, ਉਹਦੇ ਉੱਤੇ ਸਰਕਾਰ ਘਿਰਦੀ ਸੀ, ਉਹਦੇ ਉੱਤੇ ਯਾਨੀ ਕਿ ਜਿਹੜੀ ਬਹਿਸ ਕਰਨੀ ਬਣਦੀ ਸੀ। ਜੇ ਅਸੀਂ ਕਿਸਾਨ ਆਰਡੀਨੈਂਸ ਦੀ ਗੱਲ ਕਰੀਏ, 3 ਜਿਹੜੇ ਆਰਡੀਨੈਂਸ ਆਏ ਨੇ, ਜਿਸ ਦੇ ਨਾਲ ਕਿ ਪੰਜਾਬ ਦਾ ਕਿਸਾਨ ਵੀ ਮਾਰਿਆ ਜਾਣਾ, ਪੰਜਾਬ ਖੁਦ ਵੀ ਮਾਰਿਆ ਜਾਣਾ ਆਰਥਿਕ ਤੌਰ ਦੇ ਉੱਤੇ, ਔਰ ਮੁੱਖ ਮੰਤਰੀ ਸਾਹਿਬ ਖੁਦ ਵੀ ਯਾਨੀ ਕਿ ਇਹਦਾ ਵਿਰੋਧ ਜਤਾ ਚੁੱਕੇ ਆ। ਪਰ ਦੋਗਲਾਪਨ ਸਰਕਾਰ ਦਾ ਨਜ਼ਰ ਆਉਂਦਾ ਹੈ। ਜਿੱਥੇ ਇਹ ਡਿਸਕਸ ਹੋਣਾ ਚਾਹੀਦਾ ਸੀ, ਜਿੱਥੇ ਅਸੀਂ ਸਪੈਸ਼ਲ ਸੈਸ਼ਨ ਬੁਲਾਉਣ ਦੀ ਗੱਲ ਕਰ ਰਹੇ ਸੀ, ਉੱਥੇ ਤੇ ਇਹਨਾਂ ਨੇ ਟੋਟਲ ਸੈਸ਼ਨ ਹੀ 1 ਦਿਨ ਦਾ ਬੁਲਾਇਆ ਹੈਗਾ। ਆਰਡੀਨੈਂਸ ਜਿਹੜੇ ਹੈਗੇ ਇੰਨਾ ਛੋਟਾ ਮੁੱਦਾ ਨਹੀਂ ਹੈ ਕਿ ਇਸ ਨੂੰ ਫਟਾਫਟ ਯਾਨੀ ਕਿ ਇੱਕ ਲਫ਼ਜ਼ ਦੇ ਵਿੱਚ, ਇੱਕ ਸ਼ਬਦ ਦੇ ਵਿੱਚ ਅੱਗੇ ਧੱਕ ਦਿੱਤਾ ਜਾਵੇ। ਇਹ ਉਹ ਮੁੱਦੇ ਨੇ ਜਿਹੜੇ ਜਿਨ੍ਹਾਂ ਦੇ ਪ੍ਰਭਾਵ ਬੜੇ ਦੁਰਗਾਮੀ ਹੈਗੇ ਆ। ਤਾਂ ਇਸ ਕਰਕੇ ਜਿਹੜਾ ਇਹ ਸੈਸ਼ਨ ਹੈਗਾ, ਇਹ ਸੈਸ਼ਨ ਨੂੰ ਇੰਨਾ ਛੋਟਾ ਰੱਖਣਾ, ਮੈਨੂੰ ਲੱਗਦਾ ਕਿ ਸਰਕਾਰ ਜਿਹੜਾ ਫੇਸ ਨਹੀਂ ਕਰ ਪਾ ਰਹੀ ਆਪੋਜੀਸ਼ਨ ਨੂੰ, ਉਹ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਨਹੀਂ ਕਰ ਪਾ ਰਹੀ, ਇਸ ਕਰਕੇ ਇਹਨਾਂ ਨੇ ਛੋਟਾ ਰੱਖਿਆ। ਇੱਕ ਹੋਰ ਮੁੱਦਾ ਜਿਹੜਾ ਬਹੁਤ ਵੱਡਾ ਹੈ, ਜਿਹਦੇ ਉੱਤੇ ਗੰਭੀਰਤਾ ਨਾਲ ਵਿਚਾਰ ਹੋਣਾ ਚਾਹੀਦਾ। ਪਿਛਲੇ ਦਿਨੀ ਹਾਈ ਕੋਰਟ ਨੇ ਇਹ ਇੱਕ ਫੈਸਲਾ ਦਿੱਤਾ, CBI ਦੀ ਇਨਕੁਆਇਰੀ ਲਗਾਈ। ਰੋਪੜ ਦੇ ਵਿੱਚ ਜਿਹੜੀ ਮਾਈਨਿੰਗ ਦੀ ਜਿਹੜੀ ਹੈ, ਨਜਾਇਜ਼ ਮਾਈਨਿੰਗ ਹੋ ਰਹੀ ਹੈ। ਅੱਜ ਕੱਲ੍ਹ ਰੋਪੜ 'ਚ ਨਜਾਇਜ਼ ਮਾਈਨਿੰਗ ਨਹੀਂ ਹੋ ਰਹੀ, ਪੂਰੇ ਪੰਜਾਬ ਦੇ ਵਿੱਚ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਇਹਦੀ ਜਾਂਚ ਦਾ ਜਿਹੜਾ ਦਾਇਰਾ ਹੈਗਾ, ਪੂਰਾ ਪੰਜਾਬ ਹੋਣਾ ਚਾਹੀਦਾ ਹੈ। ਇਸ ਮੁੱਦੇ ਦੇ ਉੱਤੇ ਵੀ ਬਹਿਸ ਹੋਣੀ ਸੀ। ਤਾਂ ਸਰਕਾਰ ਕਿਤੇ ਨਾ ਕਿਤੇ ਵੱਖ-ਵੱਖ ਮੁੱਦਿਆਂ ਦੇ ਉੱਤੇ ਘਿਰਦੀ ਨਜ਼ਰ ਆ ਰਹੀ ਹੈ, ਭੱਜ ਰਹੀ ਹੈਗੀ ਹੈ। ਇਸ ਕਰਕੇ ਜਿਹੜੇ ਕਿ ਸਿਰਫ ਤੇ ਸਿਰਫ 1 ਦਿਨ ਦੇ ਸੈਸ਼ਨ ਦੇ ਨਾਲ ਅੱਖਾਂ ਪੂੰਝਣ ਦੀ ਗੱਲ ਕੀਤੀ ਜਾ ਰਹੀ ਹੈ। ਥੈਂਕ ਯੂ ਵੈਰੀ ਮਚ ਦੀਪਾ ਜੀ। ਜਿਸ ਮੁੱਦੇ ਤੇ ਨੀਲ ਗਰਗ ਉਹਨਾਂ ਨੇ ਵੀ ਗੱਲ ਕੀਤੀ ਹੈ, ਡਾਕਟਰ ਸੰਧੂ ਨੇ ਵੀ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੁੰਦਾ ਹੀ ਇਸ ਲਈ ਹੈ ਕਿ ਉਹਦੇ ਉੱਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਜਾਵੇ। ਜਿਹੜਾ 1 ਰੋਜ਼ਾ ਸੈਸ਼ਨ ਰੱਖਿਆ ਗਿਆ ਕਰੋਨਾ ਦੇ ਨਾਂ ਤੇ ਕਿਹਾ ਗਿਆ, ਬਹੁਤ ਵੱਡਾ ਖਾਸਾ ਹੈ। ਕੀ ਇਹ ਜਿਹੜਾ ਡਰ ਵਜ਼ੀਰਾਂ ਤੇ ਵਿਧਾਇਕਾਂ ਨੂੰ ਵੀ ਹੈ, ਜਦੋਂ ਕਿ ਬਾਕੀ ਸਾਰੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਆਪਾਂ ਸਾਰੀ ਜ਼ਿੰਦਗੀ ਦੀ ਤੋੜ ਤੁਰਨੀ ਹੈ, ਸਾਰੇ ਕੰਮ ਧੰਦੇ ਵਿੱਚ ਲਾਉਣੇ ਹੈ, ਔਰ ਖਾਸ ਤੌਰ ਤੇ ਧਿਆਨ ਰੱਖ ਕੇ ਜਿਹੜਾ ਹੈਗਾ, ਪਰ ਜ਼ਿੰਦਗੀ 'ਚ ਕਿਸੇ ਗੱਲ ਤੇ ਪਿੱਛੇ ਨਹੀਂ ਹਟਣਾ। ਤਾਂ ਹੁਣ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ, ਉਹ ਕਿਉਂ 1 ਰੋਜ਼ਾ, ਜਦੋਂ ਕਿ ਮੁੱਦੇ ਬੜੇ ਵੱਡੇ ਸੀ? ਕਿਵੇਂ ਦੇਖਦੇ ਹੋ ਇਸ ਮਾਮਲੇ ਤੇ? बिल्कुल जगतार जी, मैं दूसरे जो पैनलिस्ट है कांग्रेस पार्टी और आम आदमी पार्टी ने बिल्कुल असी सहमत हाँ, इक्को ही पेज ते हाँ कि ये सैशन वड्डा होना चाहिए सीगा। बिल्कुल सरकार जो मुद्दे आ उन्हां तो भज रही है। सैशन 1 दिन का बहुत घट है, वड्डा होना चाहिए सी, क्योंकि इन्होंने करोना का जस्ट बहाना लगाया है कि करोना करके 1 दिन का सैशन कर रहे हैं।
ਬਲਕਿ ਮੈਂ ਉਲਟਾ ਸਮਝਦਾ ਕਿ ਕਰੋਨਾ ਕਰਕੇ ਤਾਂ ਸੈਸ਼ਨ ਵੱਡਾ ਹੋਣਾ ਚਾਹੀਦਾ ਸੀ। ਅੱਜ ਮੁੱਦੇ ਐਨੇ ਆ ਕਿ ਜਿਹੜੀਆਂ ਵਿਰੋਧੀ ਧਿਰਾਂ ਸੜਕਾਂ ਤੇ ਆ ਰਹੀਆਂ, ਵੱਡੇ ਜਲਸੇ, ਅਸੀਂ ਪ੍ਰੋਟੈਸਟ ਕਰ ਨਹੀਂ ਸਕਦੇ, ਅਸੀਂ ਧਰਨੇ ਲਾਣੇ ਆ, ਉੱਥੇ ਜ਼ਿਆਦਾ ਕਰੋਨਾ ਦਾ ਡਰ ਹੈ। ਜੇ ਇੱਕ ਸੇਫ ਐਟਮੋਸਫੀਅਰ ਦੇ ਵਿੱਚ, ਇੱਕ ਬੰਦ ਬਿਲਡਿੰਗ ਦੇ ਵਿੱਚ ਬੜੇ ਸੋਹਣੇ ਢੰਗ ਨਾਲ ਜੇ ਡਿਸਕਸ਼ਨ ਹੋ ਜੇ, ਉਹ ਸਰਕਾਰ ਉਹਦਾ ਆਪਣੇ ਢੰਗ ਨਾਲ ਜਵਾਬ ਦੇਵੇ। ਮੈਂ ਸਮਝਦਾ ਲੋਕਾਂ ਦੇ ਮੁੱਦੇ ਵਿਰੋਧੀ ਧਿਰਾਂ ਉੱਥੇ ਉਠਾਣ, ਕਿਉਂ ਸੜਕਾਂ ਤੇ ਉਠਾਣ, ਕਿਉਂ ਡੀਸੀ ਦੇ ਆਫਿਸ ਘੇਰਨ, ਕਿਉਂ ਇਹਨਾਂ ਦੇ ਪੁਤਲੇ ਸਾੜਨ। ਉਹਦੇ 'ਚ ਡਰ ਜ਼ਿਆਦਾ ਕਰੋਨਾ ਦਾ। ਬਲਕਿ ਸੈਸ਼ਨ ਦੇ ਵਿੱਚ ਤਾਂ ਕਰੋਨਾ ਦੀ ਵਜ੍ਹਾ ਨਾਲ ਸੈਸ਼ਨ ਵੱਡਾ ਹੋਣਾ ਚਾਹੀਦਾ ਸੀ। ਪਰ ਗੱਲ ਅੱਜ ਦੀ ਨਹੀਂ, ਇਹ ਬਿਲਕੁਲ ਜਦੋਂ ਦੀ ਸਰਕਾਰ ਬਣੀ ਹੈ 3.5 ਸਾਲ ਹੋ ਗਏ, ਪੌਣੇ 4 ਸਾਲ ਹੋ ਗਏ, ਹਮੇਸ਼ਾ ਹੀ ਸੈਸ਼ਨ ਤੋਂ, ਸਵਾਲਾਂ ਤੋਂ ਭੱਜੀ ਹੈ, ਮੁੱਦਿਆਂ ਤੋਂ ਭੱਜੀ ਹੈ। ਹੁਣ ਤਾਂ ਰਹਿ ਹੀ 1.5 ਸਾਲ ਗਿਆ। ਜਿਵੇਂ ਜਿਵੇਂ ਟਾਈਮ ਨੇੜੇ ਆਉਂਦਾ ਜਾਂਦਾ, ਮੁੱਦੇ ਵੱਡੇ ਹੁੰਦੇ ਜਾਂਦੇ ਆ, ਮੁੱਦੇ ਸਾਹਮਣੇ ਆ ਰਹੇ ਆ, ਇਹ ਸਰਕਾਰ ਉਵੇਂ ਭੱਜ ਰਹੀ ਹੈ। ਔਰ ਇਸ ਵੇਲੇ ਤਾਂ ਬਿਲਕੁਲ ਹੀ ਇੱਕ ਬਹਾਨਾ ਹੈ। ਕੈਪਟਨ ਅਮਰਿੰਦਰ ਸਿੰਘ ਤਾਂ 3.5 ਪੌਣੇ 4 ਸਾਲਾਂ 'ਚ ਵੀ ਪੰਜਾਬ ਦੇ ਵਿੱਚ ਨਹੀਂ ਨਿਕਲੇ, ਕਿਸੇ ਪਿੰਡ ਨਹੀਂ ਗਏ, ਕਿਸੇ ਕਸਬੇ ਨਹੀਂ ਗਏ, ਕਿਸੇ ਸ਼ਹਿਰ ਨਹੀਂ ਗਏ। ਹੁਣ ਤਾਂ ਕਰੋਨਾ ਦਾ ਹੋਰ ਬਹਾਨਾ ਹੈ ਅੰਦਰ ਬੈਠਣ ਦਾ। ਉਹ ਬਿਲਕੁਲ ਆਪਦੀ ਲਾਈਫ, ਮੈਂ ਪਹਿਲਾਂ ਹਮੇਸ਼ਾ ਡਿਸਕਸ਼ਨ 'ਚ ਕਿਹਾ, ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹ ਟਰਮ ਆਪਣੀ ਇੰਜੋਏ ਕੀਤਾ। ਟਰਮ ਨੂੰ ਪੰਜਾਬ ਦੇ ਲੋਕਾਂ ਦਾ, ਪੰਜਾਬ ਦਾ ਖਿਆਲ ਨਾ ਕਰਕੇ ਕਿਸੇ ਮੁੱਦੇ ਜਿਹੋ ਜਿਹੇ ਮਰਜ਼ੀ ਹੋਣ, ਭਾਵੇਂ 125 ਲੋਕਾਂ ਦੀ ਡੈਥ ਹੋ ਗਈ ਸ਼ਰਾਬ ਦੇ ਉਸ ਮਾਫੀਏ ਦੀ ਵਜ੍ਹਾ ਨਾਲ, 2 ਨੰਬਰ ਦੀ ਸ਼ਰਾਬ ਕਰਕੇ, ਪਰ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਚੀਜ਼ ਦਾ ਕੋਈ ਫਰਕ ਨਹੀਂਗਾ। ਕੁਛ ਨਹੀਂ ਉਹਨਾਂ ਨੇ ਕਰਨਾ। ਉਹ ਆਪਦਾ ਜਿਵੇਂ ਜਿਵੇਂ ਟਾਈਮ ਨੇੜੇ ਆਉਂਦਾ, ਪੈਸਿਆਂ ਦੀ ਲੁੱਟ ਪਈ ਹੋਈ ਹੈ, ਹੋਰ ਕਿਸੇ ਚੀਜ਼ ਦੇ ਤਾਂ ਗੱਲਾਂ ਹੀ ਬਹੁਤ ਛੋਟੀਆਂ। ਸੈਸ਼ਨ ਵੱਡਾ ਹੋਣਾ ਚਾਹੀਦਾ, ਛੋਟਾ, ਕਿਉਂਕਿ ਸੈਸ਼ਨ ਜਿੰਨਾ ਵੱਡਾ ਹੋਊਗਾ ਉੱਥੇ ਵਿਰੋਧੀ ਧਿਰਾਂ ਆਪਣੇ ਸਵਾਲ ਰੱਖਣਗੀਆਂ। ਔਰ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਮੰਤਰੀ, ਉਹਨਾਂ ਦੀ ਸਰਕਾਰ ਨੂੰ ਉਹਨਾਂ ਦਾ ਸਾਹਮਣਾ ਕਰਨਾ ਬੜਾ ਔਖਾ ਹੈ। ਇਸ ਵਾਸਤੇ ਕਿਉਂਕਿ ਮਜਬੂਰੀ ਹੈ, 6 ਮਹੀਨਿਆਂ ਦੇ ਵਿੱਚ ਸੈਸ਼ਨ ਰੱਖਣਾ ਹੈ। ਜਸਟ ਇੱਕ ਉਸ ਮਜਬੂਰੀ ਕਰਕੇ ਖਾਨਾ ਪੂਰਤੀ ਕਰ ਰਹੇ ਆ, ਹੋਰ ਕੁਝ ਨਹੀਂ ਜੀ। ਡਾਕਟਰ ਸੰਧੂ, ਤੁਸੀਂ ਦੋਨਾਂ ਬੁਲਾਰਿਆਂ ਦੀ ਗੱਲ ਸੁਣੀ, ਜਿਹੜੇ ਵਿਰੋਧੀ ਧਿਰ 'ਚ ਬੈਠੇ ਆ, ਤੁਹਾਡੀ ਆਪਣੀ ਵੀ ਵੈਸੇ ਤਾਂ ਰਾਏ ਹੈਗੀ ਹੈ, ਪਰ ਜਿਨ੍ਹਾਂ ਮੁੱਦਿਆਂ ਦਾ ਤੁਸੀਂ ਜ਼ਿਕਰ ਕਰਨਾ ਚਾਹੁੰਦੇ ਸੀ, ਉਹਨਾਂ ਮੁੱਦਿਆਂ ਦੀ ਗੱਲ ਹੈ। ਉਹ ਮੁੱਦੇ ਵੀ, ਦੂਜਾ ਜੋ ਦੀਪਾ ਜੀ ਨੇ ਕਮੈਂਟਸ ਕੀਤੇ ਆ, ਬੜੇ ਵਾਜਬ ਕਮੈਂਟਸ ਹੈ ਕਿ ਬਾਹਰ ਜੋ ਵਿਰੋਧੀ ਧਿਰਾਂ ਧੱਕੇ ਖਾ ਰਹੀਆਂ, ਮਜ਼ਾਰੇ ਕਰ ਰਹੀਆਂ, ਜਿਹੜਾ ਹੈਗਾ ਪੁਲਿਸ ਦੇ ਨਾਲ ਟਕਰਾ ਰਹੀਆਂ, ਜੇ ਉਹੀ ਮੁੱਦਿਆਂ ਲਈ ਪੰਜਾਬ ਵਿਧਾਨ ਸਭਾ ਖੁੱਲੀ ਹੋਵੇ, ਉੱਥੇ ਗੱਲ ਹੋਵੇ ਤਾਂ ਸੇਫ ਵੀ ਹੈ, ਲੋਕਾਂ ਦੀ ਗੱਲ ਵੀ ਹੋ ਸਕਦੀ ਹੈ। ਕਿਉਂ ਦੌੜ ਰਹੀ ਹੈ ਸਰਕਾਰ, ਜਦੋਂ ਕਿ ਐਡੇ ਵੱਡੇ ਮੁੱਦੇ ਹੈ, ਇਸ ਵੇਲੇ ਲੈ ਖੇਤੀ ਆਰਡੀਨੈਂਸ ਹੈ, ਜਿਹੜੇ ਕਿ ਕਾਂਗਰਸ ਦੇ ਵੀ ਹੱਕ 'ਚ ਜਾਣ ਵਾਲੇ ਮੁੱਦੇ ਹੋ ਸਕਦੇ ਸੀ। ਜੀ ਡਾਕਟਰ ਸੰਧੂ, ਦੇਖੋ ਜਿਹੜੀ ਤੁਹਾਡੀ ਇਹਨਾਂ ਦੀ ਤਕਰੀਰ ਹੈ ਨਾ, ਉਹਦੇ ਵਿੱਚ ਸੈਲਫ ਕੰਟਰਡਿਕਸ਼ਨ ਬਹੁਤ ਹੈ। ਦੇਖੋ, ਮੈਂ ਤਾਂ ਪਹਿਲਾਂ ਹੀ ਕਹਿ ਚੁੱਕਿਆ ਵੀ ਸੈਸ਼ਨ ਥੋੜਾ ਜਿਹਾ ਵਧਾਉਣਾ ਚਾਹੀਦਾ ਸੀਗਾ, ਕਿਉਂਕਿ ਟਾਈਮ ਹੁਣ ਗਵਰਨਮੈਂਟ ਕੋਲੇ ਥੋੜਾ ਹੈ ਤੇ ਲੋਕਾਂ ਕੋਲੇ ਜਿੰਨਾ ਵੱਧ ਤੋਂ ਵੱਧ ਅਸੀਂ ਆਪਦੀਆਂ ਪ੍ਰਾਪਤੀਆਂ ਜਾਂ ਪੂਰਤੀਆਂ ਜਾਂ ਕੋਸ਼ਿਸ਼ਾਂ ਨੂੰ ਦੱਸਾਂਗੇ ਲੋਕਾਂ ਨੂੰ, ਤਾਂ ਲੋਕ ਉਸ ਗੱਲ ਨੂੰ ਸਮਝਣਗੇ। ਸਮਝਾਉਣਾ ਤਾਂ ਪੈਣਾ, ਲੋਕ ਸਵਾਲ ਤਾਂ ਕਰਨਗੇ। ਲੈ, ਜਿੱਥੋਂ ਤੱਕ ਆਪੋਜੀਸ਼ਨ ਪਾਰਟੀ ਦਾ ਇਹ ਇਲਜ਼ਾਮ ਹੈ ਕਿ ਭੱਜਦੇ ਆ, ਇਹ ਆਪੋਜੀਸ਼ਨ ਦੇ ਸਵਾਲ ਜਿਹੜੇ ਆ ਉਹਨਾਂ ਦਾ ਸਾਹਮਣਾ ਨਹੀਂ ਕਰ ਸਕਦੇ, ਇਹ ਮੈਂ ਇਹਦੇ ਨਾਲ ਨਾ ਬਿਲਕੁਲ ਵੀ ਸਹਿਮਤ ਨਹੀਂ। ਵਜ੍ਹਾ ਇਹ ਹੈ ਵੀ ਜਦੋਂ ਸੈਸ਼ਨ ਛੋਟਾ ਵੱਡਾ ਜਦੋਂ ਵੀ ਹੋਇਆ, 5-7 ਦਿਨ ਦਾ ਹੋਇਆ, 10 ਦਿਨ ਦਾ ਹੋਇਆ, 3 ਦਿਨ ਦਾ ਹੋਇਆ, ਇਹ ਕਦੇ ਸੈਸ਼ਨ 'ਚ ਬੈਠੇ ਤਾਂ ਨਹੀਂ ਆਪੋਜੀਸ਼ਨ ਵਾਲੇ। ਇਹ ਤਾਂ ਕੋਈ ਨਾ ਕੋਈ ਬਹਾਨਾ ਕਰੇ, ਹਾਈਬੂ ਕਰਕੇ ਬਾਹਰ ਨਿਕਲ ਜਾਂਦੇ, ਬਾਹਰ ਜਾ ਕੇ ਉੱਥੇ ਜਾ ਕੇ ਆਦਾ ਲਾ ਲੈਂਦੇ ਵਿਧਾਨ ਸਭਾ ਦੇ ਨਹੀਂ। ਸੋ ਇਹਨਾਂ ਦਾ ਇਹ ਕਹਿਣਾ ਕਿ ਅਸੀਂ ਮੁੱਦੇ ਚੱਕਣੇ ਸੀਗੇ, ਮੁੱਦੇ ਇਹਨਾਂ ਨੇ ਕਿਹੜੇ ਚੱਕਣੇ ਆ? ਮੁੱਦੇ ਤਾਂ ਆਲਰੇਡੀ ਲੋਕ ਵੇਖੋ, ਪਿਛਲੇ ਦਿਨਾਂ ਦੇ ਵਿੱਚ ਜੋ ਲੋਕਾਂ ਨੇ ਆਵਾਜ਼ ਚੱਕੀ ਆ, ਉਹਦੇ ਵਿੱਚ ਸਾਡੇ MLA MP ਸਾਰੇ ਜਿਹੜੇ ਆ ਉਹ ਲੋਕਾਂ ਦੇ ਮੁੱਦੇ ਚੱਕਦੇ ਆਏ ਆ, ਇਹਨਾਂ ਦੇ ਬੰਦੇ ਵੀ ਚੱਕਦੇ ਆਏ ਆ। ਗਵਰਨਮੈਂਟ ਨੂੰ ਇਹ ਕਹਿ ਦੇਣਾ ਕਿ ਇਹ ਭੱਜ ਰਹੀ ਹੈ, ਗਵਰਨਮੈਂਟ ਨੂੰ ਭੱਜਣ ਦੀ ਕੀ ਲੋੜ ਹੈ? ਇਹਨਾਂ ਨੂੰ ਤਾਂ 10 ਮਿੰਟ ਨਹੀਂ ਬੈਠਣਾ ਇਹਨਾਂ ਨੇ। ਇਹਨਾਂ ਦੀ ਕਿਸੇ ਗੱਲ ਨੂੰ ਕੱਟ ਦਿਓ, ਹਾਈਬੂ ਕਰਕੇ ਬਾਹਰ ਨਿਕਲ ਜਾਣਗੇ। ਕਿਹੜਾ ਸੈਸ਼ਨ ਲਾਉਣਾ ਇਹਨਾਂ ਨੇ? ਜੀ ਗੱਲ ਜਿਹੜੀ ਸਰ, ਮੈਂ ਇੱਕ ਮਿੰਟ ਸਰ, ਇੱਕ ਸਵਾਲ ਜੀ ਸਰ, ਇੱਕ ਸਵਾਲ ਮੈਂ ਲੈਣਾ ਚਾਹੁੰਦਾ ਹੈ। ਵਿਰੋਧੀ ਧਿਰ ਦੀ ਭੂਮਿਕਾ ਦੇ ਤੁਸੀਂ ਕਮੈਂਟਸ ਕਰਦੇ ਕਿ ਜਿੰਦਾਬਾਦ ਮੁਰਦਾਬਾਦ ਕਰਕੇ ਬਾਹਰ ਨਿਕਲ ਜਾਂਦੇ ਹੈ, ਪਰ ਜੇ ਕੁਲਜੀਤ ਨਾਗਰਾ ਜਿਹੜਾ ਕਿ ਕਾਂਗਰਸ ਦਾ ਵਿਧਾਇਕ ਹੈ, ਉਹ ਪੱਤਰ ਲਿਖ ਕੇ ਕਵੇ ਮੁੱਖ ਮੰਤਰੀ ਨੂੰ ਵੀ, ਉਹਨੇ ਮੋਦੀ ਨੂੰ ਵੀ ਪੱਤਰ ਲਿਖਿਆ ਹੈ ਕਿ ਜੀ ਖੇਤੀ ਆਰਡੀਨੈਂਸਾਂ ਦੇ ਉੱਤੇ ਸਾਨੂੰ ਖੇਤੀ ਆਰਡੀਨੈਂਸਾਂ ਤੇ ਵਿਸ਼ੇਸ਼ ਸੈਸ਼ਨ ਹੋਣਾ ਚਾਹੀਦਾ ਹੈ। ਜੇ ਕਾਂਗਰਸ ਦਾ ਪ੍ਰਧਾਨ ਕਿਸਾਨ ਭਵਨ ਦੇ ਵਿੱਚ ਕਿਸਾਨਾਂ ਦੀ ਭਰੀ ਵੀ ਮੀਟਿੰਗ 'ਚ ਜਾ ਕੇ ਭਰੋਸਾ ਦੇਵੇ ਕਿ ਖੇਤੀ ਆਰਡੀਨੈਂਸਾਂ ਦੇ ਉੱਤੇ ਅਸੀਂ ਵਿਸ਼ੇਸ਼ ਸੈਸ਼ਨ ਬੁਲਾਵਾਂਗੇ, ਇਹਦੇ ਬਾਵਜੂਦ ਇਹ ਸਾਰੇ ਕੁਝ ਨੂੰ ਇਗਨੋਰ ਕਰਕੇ ਆਪਾਂ ਇੱਕ ਦਿਨ ਦੇ ਵਿੱਚ ਹੀ ਸਾਰਾ ਕੁਝ ਕਰਾ ਕੇ ਨਿਕਲ ਜਾਾਂਗੇ, ਫਿਰ ਭਰੋਸਾ ਵੀ ਕਿਤੇ ਬਣੇਗੀ ਲੋਕਾਂ ਦੀ ਸਰਕਾਰ ਤੇ?
देखो जगतार जी, अजय सरकार खत्म नहीं हुई, 1.5 साल पिया है। ये सैशन छोटा है जी और ये नहीं छोटा होना चाहिए सी, थोड़ा बहुत एक्सटेंड करना चाहिए सीगा। लेकिन ਤੁਸੀਂ ਇਹ कहते हो कि उदों मुड़ के मौका ही नहीं मिलनागा ऑर्डिनेंसेस के खिलाफ स्पेशल सैशन बुलाने का, तो ये भी गलत है। ये भी एलीगेशन लाने वाली गल है। किसानां दे मुद्दे दे उत्ते ना अकाली दल भज सकदा, हालांकि इन्हां ने ऑर्डिनेंसेस की सपोर्ट की है पार्लीमेंट दे विच। ਇਹ ਪੰਜਾਬ ਦੇ ਵਿੱਚ ਤਾਂ ਕਿਸਾਨਾਂ ਦੇ ਨਾਲ ਹੀ ਗੱਡੀ ਚੱਲਣੀ ਹੈ, ਔਰ ਕਿਸਾਨਾਂ ਦੇ ਹਰ ਆਰਡੀਨੈਂਸ ਜਿਹੜਾ ਉਹਨਾਂ ਦਾ ਨੁਕਸਾਨ ਕਰਦਾ ਹੈ ਉਹਦੇ ਖਿਲਾਫ ਸਭ ਨੂੰ ਇਕਜੁੱਟ ਹੋ ਕੇ ਰਿਪਰੈਜ਼ੈਂਟੇਟਿਵ ਜਿਹੜੇ ਇਲੈਕਟਡ ਇਹਨਾਂ ਨੂੰ ਖੜਨਾ ਪਊਗਾ। ਨਹੀਂ ਤਾਂ ਲੋਕ ਇਹਨਾਂ ਨੂੰ ਜਿਹੜੇ ਆ ਨਾ ਇਹੋ ਜਿਹੀ ਕਿਸਾਨੀ ਵਿਖਾਉਣਗੇ ਜਿਹੜੀ ਇਹ ਯਾਦ ਕਰਨਗੇ ਸਣੇ ਸਾਡੀ ਪਾਰਟੀ। ਰੌਲਾ ਸਿਰਫ ਇਹ ਹੈ ਕਿ ਇਸ ਵਕਤ ਇਹ ਸੈਸ਼ਨ ਕੋਵਿਡ ਦੀ ਵਜ੍ਹਾ ਨਾਲ, ਦੇਖੋ ਕੋਵਿਡ ਬਹੁਤ ਵੱਡਾ ਇੱਕ ਮਸਲਾ ਹੈ। ਕੋਈ ਇਹ ਨਹੀਂ ਹੈ ਕਿ ਚਲੋ ਜੀ ਮਾਸਕ ਬੰਨ ਕੇ ਬਹਿ ਗਏ, ਉੱਥੇ ਇੱਕ ਇਨਫੈਕਟਡ ਬੰਦਾ ਆ ਗਿਆ ਤੇ ਕੋਈ ਇਨਫੈਕਸ਼ਨ ਸ਼ੁਰੂ ਹੋ ਗਈ, ਸਾਰਿਆਂ ਨੂੰ ਕੁਆਰੰਟਾਈਨ ਹੋਣਾ ਪੈਣਾ ਹੈ, ਨੰਬਰ 1। ਨੰਬਰ 2 ਕਿ ਇਹਦੀ ਗਰੰਟੀ ਕੋਈ ਨਹੀਂ ਹੈ, ਤੁਸੀਂ ਜਿੰਨਾ ਮਰਜ਼ੀ ਸੈਨੀਟਾਈਜ਼ ਕਰ ਲਓ, ਪਰ ਫਿਰ ਵੀ ਜਦੋਂ ਅਸੀਂ ਸੋਸ਼ਲ ਡਿਸਟੈਂਸਿੰਗ ਦਾ ਪ੍ਰੀਕਾਸ਼ਨ ਲੈ ਕੇ ਜੇ ਅਸੀਂ ਬਿਠਾ ਸਕਦੇ ਹਾਂ ਤਾਂ ਬਿਠਾਉਣਾ ਚਾਹੀਦਾ, ਕਿਉਂਕਿ ਉਹਦੇ 2 ਫਾਇਦੇ ਆ। ਕਾਂਗਰਸ ਨੂੰ ਸਭ ਵੱਡਾ ਫਾਇਦਾ ਇਹ ਹੈ ਬਈ ਇਹਨਾਂ ਨੇ ਸਾਨੂੰ ਕਹਿਣਾ ਸੀ ਤੁਸੀਂ ਆਰਡੀਨੈਂਸ ਦੇ ਖਿਲਾਫ ਕਰਦੇ ਨੇ, ਤੇ ਅਸੀਂ ਇਹਨਾਂ ਨੂੰ ਕਹਿਣਾ ਸੀਗਾ ਤੇ ਤੁਸੀਂ ਕੀ ਕਰਦੇ ਆ, ਤੁਸੀਂ ਤਾਂ ਆਪ ਭੱਜੇ ਫਿਰਦੇ ਆ ਵੀ ਅਸੀਂ ਸੈਂਟਰ ਦੇ ਵਿੱਚ ਵਜ਼ਾਰਤ ਰੱਖੀਏ ਕਿ ਕਿਸਾਨਾਂ ਦਾ ਮੁੱਦਾ ਚੱਕੀਏ, ਤੇ ਹੋਰ ਵੀ ਮੁੱਦਿਆਂ ਦੇ ਵਿੱਚ ਅਕਾਲੀ ਦਲ ਤਾਂ ਆਪ ਹੀ ਕੀ ਰਹਿ ਜਾਣਾ ਸੀ। ਆ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ ਇਹਨਾਂ ਦਾ ਤਾਂ ਹੁਣ ਇੱਕੋ ਹੀ ਹੈ, ਉਹ ਫੇਸਬੁੱਕ ਤੇ ਫਿਰ ਸ਼ੁਰੂ ਹੋ ਗਏ ਆ ਅਬ ਕੀ ਬਾਰ ਆਪ ਸਰਕਾਰ, ਅਬ ਕੀ ਬਾਰ, ਇਹਨਾਂ ਕੋਲੇ ਮੁੱਦਾ ਹੋਰ ਤਾਂ ਕੋਈ ਹੈ ਨਹੀਂ। ਚਲੋ ਗਵਰਨਮੈਂਟ ਦੇ ਜਿੰਨੇ ਦੇਖੋ ਇੱਕ ਤੁਹਾਡੀ ਗੱਲ ਆ ਗਈ, ਮੈਂ ਪਰਫਾਰਮ ਕਰਨਾ ਹੈ, ਮਿਹਨਤ ਮੇਰੇ ਤੋਂ ਲੋਕਾਂ ਨੂੰ ਆਸਾਂ ਹੈ, ਮੈਂ ਲੋਕਾਂ ਨੂੰ ਵਾਅਦੇ ਕੀਤੇ ਆ, ਮੇਰੇ ਕੋਲੇ ਤਾਕਤ ਹੈ, ਮੈਂ ਉਹ ਤਾਕਤ ਇਸਤੇਮਾਲ ਕਰਕੇ ਲੋਕਾਂ ਦੇ ਵਾਅਦੇ ਪੂਰਤੀ ਕਰਨ ਦੀ ਕੋਸ਼ਿਸ਼ ਕਰਨੀ ਹੈ, ਜਿੰਨੇ ਹੋ ਸਕਦੇ ਪੂਰੇ ਕਰਨੇ ਆ, ਮੇਰਾ ਫਰਜ਼ ਹੈ। ਠੀਕ ਹੈ, ਤੇ ਜੇ ਮੈਂ ਨਹੀਂ ਕਰੂੰਗਾ ਤਾਂ ਮੈਂ ਜਵਾਬ ਦੇ ਤਾਂ ਲੋਕਾਂ ਨੂੰ ਹੀ ਹੈ, ਇਹਨਾਂ ਨੂੰ ਮਸਲੇ ਚੱਕਣ ਦੀ ਲੋੜ ਨਹੀਂ, ਲੋਕ ਆਪੇ ਚੱਕ ਲੈਣਗੇ। ਪਰ ਬਿਲਕੁਲ ਮਿਹਰਬਾਨੀ, ਜਦੋਂ ਹੀ ਵਰਕਾ ਸਾਫ਼ ਕਰ ਦੇਣਾ ਕਿ ਨਹੀਂ ਜੀ ਨਹੀਂ ਇਹ ਤਾਂ ਸਾਥੋਂ ਭੱਜਦੇ, ਥੋਥੋਂ ਨਹੀਂ ਭੱਜਦੇ ਭਾਈ, ਤੁਸੀਂ ਤਾਂ ਆਪ ਹੀ ਨਹੀਂ ਬੈਠੇ ਟਿੱਕੇ, ਥੋਥੋਂ ਕਹਦਾ ਤੇ ਭੱਜਣਾ, ਤੁਸੀਂ 10 ਮਿੰਟ ਬਾਅਦ ਨਿਕਲ ਜਾਣਾ, ਸਾਰਾ ਦਿਨ ਸਾਡੇ ਕੋਲ। ਚਲੋ ਓਕੇ ਜੀ 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 ਡਾਕਟਰ ਸੰਧੂ, ਬਿਲਕੁਲ ਤੁਸੀਂ ਆਪਣੀ ਗੱਲ ਕਹਿ ਲਈ, ਥੈਂਕ ਯੂ ਵੈਰੀ ਮਚ। ਓਕੇ ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਇੱਕ ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆ ਰਹੇ ਹਾਂ ਵਾਪਸ। ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਕੀ ਲੋਕਾਂ ਦੇ ਮੁੱਦਿਆਂ ਲਈ ਕੁਝ ਦਿਨ ਦਾ ਹੋਰ ਲੰਬਾ ਚੱਲਣਾ ਚਾਹੀਦਾ ਸੀ ਜਾਂ ਕਰੋਨਾ ਦੇ ਨਾਂ ਤੇ ਇੱਕ ਦਿਨ ਕਰਕੇ ਦੀ ਸਮਾਪਤੀ ਕਿੰਨੀ ਕੁ ਵਾਜਬ ਹੈ, ਗੱਲ ਕਰਾਂਗੇ ਬ੍ਰੇਕ ਦੇ ਬਾਅਦ। ਨਜ਼ਰੀਏ ਦੀ ਜੁੜੇ ਦਰਸ਼ਕਾਂ ਦਾ ਸਵਾਗਤ। ਗਰਗ ਸਾਹਿਬ, ਜਦੋਂ ਆਪਾਂ ਸੈਸ਼ਨ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਬ੍ਰੇਕ ਤੋਂ ਪਹਿਲਾਂ ਡਾਕਟਰ ਸੰਧੂ ਦੇ ਕਮੈਂਟਸ ਵੀ ਸੁਣੇ ਹੈ। ਵਿਰੋਧੀ ਤਰ੍ਹਾਂ ਕਹਿੰਦੇ ਆ ਕਿ ਸੈਸ਼ਨ ਲੰਬਾ ਹੋਣਾ ਚਾਹੀਦਾ, ਉਹਦੇ ਤੇ ਗੱਲ ਹੋਣੀ ਚਾਹੀਦੀ ਹੈ। ਡਾਕਟਰ ਸੰਧੂ ਨੇ ਕਿਹਾ ਕਿ ਵਿਰੋਧੀ ਧਿਰ ਤਾਂ ਆਪ ਹੀ ਨਹੀਂ ਬੈਠਦੀ, ਆਮ ਆਦਮੀ ਦਾ ਫੇਰ ਮੁੜ ਕੇ ਉਹ ਕਹਿੰਦੇ ਫੇਸਬੁੱਕ ਤੇ ਚਲੀ ਗਈ ਹੈ, ਅਬ ਕੀ ਬਾਰ ਜੋ ਹੈ ਆਪ ਆਣੀ ਚਾਹੀਦੀ ਹੈ। ਇੱਦਾਂ ਦੇ ਸਲੋਗਨ ਜਿਹੜੇ ਦਿੱਤੇ ਜਾ ਰਹੇ ਫੇਸਬੁੱਕ ਤੇ, ਕਹਿੰਦੇ ਕਿ ਇੱਦਾਂ ਦੇ ਪਾਸੇ ਵੱਲ ਨੂੰ ਤੁਰੀ ਹੈ। ਸੰਜੀਦਾ ਮੁੱਦਿਆਂ ਦੇ ਉੱਤੇ ਬੈਠ ਕੇ ਗੱਲ ਕਰਨ ਲਈ ਤਾਂ ਵਿਰੋਧੀ ਧਿਰ ਕੋਲੇ ਵੀ ਸਮਾਂ ਨਹੀਂ ਹੈ, ਇਸ ਲਈ ਲੰਬਾ ਸੈਸ਼ਨ ਕਾਹਦੇ ਲਈ ਕਰਨਾ ਹੈ? ਸਿੱਧੂ ਸਾਹਿਬ, ਡਾਕਟਰ ਸੰਧੂ ਦੀਆਂ ਗੱਲਾਂ ਆਪਣੇ ਆਪ ਦੇ ਵਿੱਚ ਹੀ ਕੰਟਰਾਡਿਕਟੀ ਨੇ। ਸ਼ਾਇਦ ਜੇ ਆਪਣੀ ਕਹੀ ਹੋਈ ਗੱਲ ਉਹ ਆਪ ਸੁਣ ਲੈਣ ਤੇ ਆਪ ਹੀ ਮੰਨ ਜਾਣਗੇ ਇਸ ਚੀਜ਼ ਦੇ ਉੱਤੇ। ਇੱਕ ਬੰਨੇ ਤੋਂ ਇਸ ਚੀਜ਼ ਦੀ ਤਾਇਦ ਕਰਦੇ ਹੈਗੇ ਕਿ ਸੈਸ਼ਨ ਛੋਟਾ ਹੈਗਾ, ਸੈਸ਼ਨ ਵੱਡਾ ਹੋਣਾ ਚਾਹੀਦਾ ਸੀ। ਦੂਜੇ ਬੰਨੇ ਜਦੋਂ ਅਸੀਂ ਉਸ ਚੀਜ਼ ਦੀ ਡਿਮਾਂਡ ਕਰਦੇ ਹਾਂ ਕਿ ਸੈਸ਼ਨ ਵੱਡਾ ਹੋਣਾ ਚਾਹੀਦਾ ਸੀ, ਫਿਰ ਉਹ ਕਹਿੰਦੇ ਹੈਗੇ ਕਿ ਇਹਨਾਂ ਕੋਲੇ ਕਹਿਣ ਨੂੰ ਕੁਝ ਨਹੀਂ ਸੀ। ਅਰੇ ਜੇ ਸਾਡੇ ਕੋਲੇ ਕਹਿਣ ਨੂੰ ਕੁਝ ਨਹੀਂ, ਅਸੀਂ ਆਪੇ ਐਕਸਪੋਜ਼ ਹੋ ਜਾਵਾਂਗੇ। ਅਸੀਂ ਤਾਂ ਬਲਕਿ ਬਾਰ-ਬਾਰ ਇਹ ਚੀਜ਼ ਦੀ ਡਿਮਾਂਡ ਕਰਦੇ ਹਾਂ ਕਿ ਜਿਹੜਾ ਸੈਸ਼ਨ ਉਹ ਲਾਈਵ ਵੀ ਹੋਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕੌਣ ਕੀ ਉੱਥੇ ਡਿਸਕਸ ਕਰ ਰਿਹਾ। ਸਰ, ਇਸ ਟਾਈਮ ਪੰਜਾਬ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈਗਾ। ਸੌਰੀ, ਜਿਹੜਾ ਕਰੋਨਾ ਦੀ ਮਹਾਮਾਰੀ ਫੈਲੀ, ਕਰੋਨਾ ਦੀ ਮਹਾਮਾਰੀ ਨੇ ਬਹੁਤ ਸਾਰੀਆਂ ਜਾਨੀ ਕਿ ਸਮੱਸਿਆਵਾਂ ਨੂੰ ਜਨਮ ਦਿੱਤਾ, ਜਿਸ ਦੇ ਨਾਲ ਸਾਡੇ ਸਮਾਜ ਦਾ ਹਰ ਇੱਕ ਤਬਕਾ ਜਿਹੜਾ ਹੈਗਾ ਗਰਸਿਆ ਪਿਆ ਹੈਗਾ। ਇਹ ਜਿਹੜੀ ਸਰਕਾਰ ਹੈ ਇਹਦਾ ਦੋਗਲਾਪਨ ਹਰ ਮੁੱਦੇ ਦੇ ਉੱਤੇ ਸਾਹਮਣੇ ਆਇਆ। ਮੈਂ ਇੱਕ ਹੋਰ ਛੋਟੀ ਜਿਹੀ ਐਗਜ਼ਾਮਪਲ ਦੇਣੀ ਚਾਹਾਂਗਾ। ਪਿਛਲੇ ਦਿਨੀ ਜਾਨੀ ਕਿ ਮਾਪਿਆਂ ਦਾ ਅਤੇ ਜਿਹੜੇ ਪ੍ਰਾਈਵੇਟ ਐਸੋਸੀਏਸ਼ਨ ਹੈ ਉਹਨਾਂ ਦਾ ਸਿੱਧਾ ਟਕਰਾਅ ਹੋਇਆ, ਹਾਈ ਕੋਰਟ ਦੇ ਵਿੱਚ ਕੇਸ ਗਿਆ। ਟਕਰਾਅ ਪੈਦਾ ਕਰਨ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਸਰਕਾਰ ਦਾ ਵੀ ਹਿੱਸਾ ਸੀ। ਜਦੋਂ ਜਾਨੀ ਕਿ ਸਿੱਖਿਆ ਮੰਤਰੀ ਕਹਿ ਦਿੰਦਾ ਕੋਈ ਫੀਸ ਭਰਨ ਦੀ ਜ਼ਰੂਰਤ ਨਹੀਂ, ਔਰ ਮੁੱਖ ਮੰਤਰੀ ਸਾਹਿਬ ਬਾਰ-ਬਾਰ ਲਾਈਵ ਚ ਆ ਕੇ ਕਹਿੰਦੇ ਆ ਕੋਈ ਫੀਸ ਭਰਨ ਦੀ ਜ਼ਰੂਰਤ ਨਹੀਂ, ਫਿਰ ਜਦੋਂ ਹਾਈ ਕੋਰਟ ਪੰਜਾਬ ਸਰਕਾਰ ਦਾ ਪੱਖ ਮੰਗਦੀ ਹੈ ਤਾਂ ਉੱਥੇ ਇਹ ਲੋਕ ਜਿਹੜੇ ਨੇ, ਇਹ ਸਰਕਾਰ ਹੈ ਪੰਜਾਬ ਸਰਕਾਰ ਜਿਹੜੀ ਹੈ ਲੋਕਾਂ ਦਾ ਪੱਖ, ਆਮ ਮਾਪਿਆਂ ਦਾ ਪੱਖ ਰੱਖ ਨਹੀਂ ਸਕਦੇ, ਔਰ ਹਾਈ ਕੋਰਟ ਜਿਹੜਾ ਡਿਸੀਜਨ ਹੈ ਉਹ ਪੇਰੈਂਟਸ ਦੇ ਸਕੂਲਾਂ ਦੇ ਹੱਕ ਚ ਦੇ ਦਿੰਦੀ ਹੈ ਕਿ ਇਹ ਮੁੱਦਾ ਉੱਥੇ ਵਿਚਾਰਨ ਵਾਲਾ ਨਹੀਂ ਹੈਗਾ ਸੀ। ਔਰ ਇੱਕ ਹੋਰ ਜਿਹੜੀ ਵੱਡੀ ਸਮੱਸਿਆ, ਕਿਉਂਕਿ ਆਰਥਿਕ ਤੌਰ ਤੇ ਪੰਜਾਬ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ,
ਬਲਕਿ ਪੂਰੇ ਹਿੰਦੁਸਤਾਨ 'ਚ ਹੀ ਹੋਇਆ। ਉਹ ਆਰਥਿਕ ਹਾਲਾਤ ਜਿਹੜਾ ਟੈਕਸੇਸ਼ਨ ਦੀ ਜਿਹੜੀ ਹੈ ਰੈਵਨਿਊ ਘਟ ਗਿਆ, ਉਹਦੇ ਕਰਕੇ ਕੇਂਦਰ ਸਰਕਾਰ ਨੇ ਕੋਈ ਮਦਦ ਤਾਂ ਨਹੀਂ ਕੀਤੀ, ਪਰ ਕੇਂਦਰ ਸਰਕਾਰ ਨੇ ਕੀ ਕੀਤਾ ਕਿ ਅਸੀਂ ਸਾਰੇ ਜਾਣਦੇ ਹਾਂ ਫਿਸਕਲ ਜਿਹੜੀ ਹੈ ਰਿਸਪੌਂਸਿਬਿਲਟੀ ਬਿਜ਼ਨਸ ਮੈਨੇਜਮੈਂਟ ਬਜਟ ਮੈਨੇਜਮੈਂਟ 2003 ਦਾ ਐਕਟ ਹੈ, ਉਹਦੇ ਮੁਤਾਬਕ ਕੀ ਹੈ ਕਿ ਕੋਈ ਵੀ ਸੂਬਾ ਸਰਕਾਰ ਹੈ ਆਪਣੀ GDP ਦਾ 3% ਜਿਹੜਾ ਹੈ ਉਹ ਲੋਨ ਲੈ ਸਕਦੀ ਹੈ। ਪਰ ਕੇਂਦਰ ਦੀ ਸਰਕਾਰ ਨੇ ਕੀ ਕੀਤਾ ਕਿ ਅਸੀਂ ਤੁਹਾਡੀ ਸਹਾਇਤਾ ਤਾਂ ਨਹੀਂ ਕਰ ਸਕਦੇ, ਪਰ ਤੁਹਾਨੂੰ ਇਹ ਜਿਹੜਾ ਲੋਨ ਹੈ 3 ਦੀ ਬਜਾਏ ਅਸੀਂ 5% ਦੇ ਦੇਵਾਂਗੇ, ਪਰ ਤੁਹਾਨੂੰ ਜਿਹੜਾ ਹੈਗਾ ਕੇਂਦਰ ਸਰਕਾਰ ਦੇ ਕੁਝ ਸ਼ਰਤਾਂ ਮੰਨਣੀਆਂ ਪੈਣੀਆਂ ਨੇ। ਹਾਂ, ਕਰਜ਼ਾ ਦੇਵਾਂਗੇ, ਕੇਂਦਰ ਸਰਕਾਰ ਦੇ ਕੁਝ ਸ਼ਰਤਾਂ ਮੰਨਣੀਆਂ ਪੈਣੀਆਂ ਨੇ। ਕੇਂਦਰ ਸਰਕਾਰ ਪੰਜਾਬ ਨੂੰ ਇੱਕ ਚੱਕਰਵਿਊਹ ਦੇ ਵਿੱਚ ਫਸਾ ਰਹੀ ਹੈ, ਔਰ ਪੰਜਾਬ ਦੀ ਜਿਹੜੀ ਸਰਕਾਰ ਹੈ ਇਹਦੀ ਰਿਸਪੌਂਸਿਬਿਲਿਟੀ ਜਿਹੜੀ ਹੈ ਬਣਦੀ ਹੈ ਕਿ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਨਾਲ ਇਹ ਮੁੱਦਾ ਵਿਚਾਰੇ, ਵਿਧਾਨ ਸਭਾ ਦੇ ਵਿੱਚ ਡਿਸਕਸ ਕਰੇ, ਔਰ ਵਿਧਾਨ ਸਭਾ 'ਚ ਕੀਤੇ ਹੋਏ ਡਿਸਕਸ਼ਨ ਔਰ ਉੱਤੇ ਪਏ ਹੋਏ ਮਤੇ ਨੂੰ ਕੇਂਦਰ ਸਰਕਾਰ ਵੀ ਇਗਨੋਰ ਨਹੀਂ ਕਰ ਸਕਦੀ। ਅੱਜ ਕੇਂਦਰ ਸਰਕਾਰ ਕੀ ਕਹਿ ਰਹੀ ਹੈ ਕਿ ਬਿਜਲੀ ਜਿਹੜੀ ਸਰ ਮੈਨੂੰ ਗੱਲ ਕੰਪਲੀਟ ਕਰ ਲੈਂਦੇ ਹੋ। ਅੱਜ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਜਿਹੜੀ ਬਿਜਲੀ ਸੋਧ ਬਿੱਲ 2020 ਹੈ ਇਸ ਨੂੰ ਲਾਗੂ ਕਰੋ, ਉਹਦਾ ਕੀ ਨਤੀਜੇ ਨਿਕਲਣਗੇ ਅਸੀਂ ਸਾਰੇ ਜਾਣਦੇ ਹਾਂ। ਕੇਂਦਰ ਸਰਕਾਰ ਕਹਿ ਰਹੀ ਹੈ ਕਿਸਾਨਾਂ ਦੀ ਸਬਸਿਡੀ ਬੰਦ ਕਰੋ, ਕੇਂਦਰ ਸਰਕਾਰ ਕਹਿ ਰਹੀ ਹੈ ਕਿ ਪ੍ਰਾਪਰਟੀ ਟੈਕਸ ਵਧਾਓ, ਕੇਂਦਰ ਸਰਕਾਰ ਕਹਿ ਰਹੀ ਹੈ ਇੱਕ ਰਾਸ਼ਨ ਕਾਰਡ ਦੀ ਗੱਲ ਕਰ ਰਹੀ ਹੈ। ਬਹੁਤ ਸਾਰੀਆਂ ਜਿਹੜੀਆਂ ਏਦਾਂ ਦੀਆਂ ਜਿਹੜੀਆਂ ਨੇ ਸ਼ਰਤਾਂ ਨੇ ਉਹ ਥੋਪੀਆਂ ਜਾ ਰਹੀਆਂ ਨੇ। ਕੈਪਟਨ ਸਾਹਿਬ ਦੱਸਣ ਸੈਸ਼ਨ ਛੋਟਾ ਕਰ ਲਿਆ ਤੇ ਕੀ ਇਹ ਚੀਜ਼ਾਂ ਉਹਨਾਂ ਨੇ ਕਿਸ ਤਰੀਕੇ ਨਾਲ ਕਿਸ ਫੋਰਮ ਦੇ ਵਿੱਚ ਜਿਹੜਾ ਹੈਗਾ ਕੇਂਦਰ ਦੀ ਸਰਕਾਰ ਨਾਲ ਇਹ ਜਾਨੀ ਕਿ ਵਾਰਤਾਲਾਪ ਕੀਤਾ, ਨਜਿੱਠਿਆ, ਉਹ ਸਰਕਾਰ ਦੱਸੇ। ਇਹ ਸਵਾਲਾਂ ਦੇ ਜਵਾਬ ਪੂਰਾ ਪੰਜਾਬ ਸਰਕਾਰ ਤੋਂ ਜਾਨੀ ਕਿ ਲੋਕ ਮੰਗਦੇ ਆ। ਜੀ ਗਰ ਸਾਹਿਬ, ਜੀ ਗਰ ਜੀ, ਇੱਕ ਸਵਾਲ ਜਿਹੜਾ ਹੈਗਾ, ਬਿਲਕੁਲ ਤੁਸੀਂ ਗੱਲ ਆਪਣੀ ਕਹਿ ਲਈ ਹੈ, ਪਰ ਇੱਕ ਸਵਾਲ ਜਿਹੜਾ ਮੈਂ ਵੀ ਲੈਣਾ ਚਾਹੁੰਦਾ ਹੈ ਉਹ ਇਹ ਹੈ ਜਿਹੜਾ ਡਾਕਟਰ ਸੰਧੂ ਨੇ ਵੀ ਕਿਹਾ, ਪਿਛਲਾ ਤਜਰਬਾ ਦੇਖੀ ਉਹ ਵੀ ਹੈ, ਜਦੋਂ ਸੈਸ਼ਨ ਲੱਗਦੇ ਹੈ ਪੰਜਾਬ ਵਿਧਾਨ ਸਭਾ ਦਾ, ਜਦੋਂ ਵੀ ਸੈਸ਼ਨ ਹੁੰਦਾ ਹੈ ਅਕਸਰ ਇਹ ਐਲੀਗੇਸ਼ਨ ਹੁੰਦਾ ਕਿ ਵਿਰੋਧੀ ਧਿਰਾਂ ਜਿਹੜੀਆਂ ਹੈਗੀਆਂ ਉਹ ਮੀਡੀਆ 'ਚ ਆਪਣੀਆਂ ਰਿਪੋਰਟਾਂ ਲਵਾਉਣ ਲਈ, ਸੁਰਖੀਆਂ ਲਵਾਉਣ ਲਈ ਜਿੰਦਾਬਾਦ ਮੁਰਦਾਬਾਦ ਕਰਦੀਆਂ ਤੇ ਵਾਕਆਊਟ ਕਰਕੇ ਬਾਹਰ ਆ ਜਾਂਦੀਆਂ। ਮੁੱਦਿਆਂ ਤੇ ਸੰਜੀਦਗੀ ਨਾਲ ਬਹਿਸ ਨਹੀਂ ਹੁੰਦੀ। ਕਿਤੇ ਲੱਗਦਾ ਕਿ ਵਿਰੋਧੀ ਧਿਰਾਂ ਨੂੰ ਵੀ ਆਪਣੀ ਜਿਹੜੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਕਿ ਨਿੱਠ ਕੇ ਬੈਠ ਕੇ ਸੈਸ਼ਨ ਦੇ ਅੰਦਰ ਮੁੱਦਿਆਂ ਤੇ ਸਰਕਾਰ ਨੂੰ ਘੇਰਿਆ ਜਾਵੇ, ਨਾ ਕਿ ਬਾਹਰ ਆ ਕੇ ਜਿਹੜਾ ਆਪਣਾ ਬਾਜ਼ਾਰ ਲਾਇਆ ਜਾਵੇ। ਮੈਂ ਡਾਕਟਰ ਸੰਧੂ ਦੀ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਨਹੀਂ ਹਾਂ। ਮਤਲਬ ਇਹ ਪੂਰੇ ਦੀ ਪੂਰੇ ਸਰਕਾਰ ਦੇ ਕੋਈ ਵੀ ਐਸਾ ਸੈਸ਼ਨ ਨਹੀਂ ਹੈ ਜਿਹੜਾ ਮੈਂ ਉੱਥੇ ਜਿਹੜਾ ਅਟੈਂਡ ਨਾ ਕੀਤਾ ਹੋਵੇ ਗੈਲਰੀ 'ਚ ਬੈਠ ਕੇ ਜਾਂ ਪਾਰਟੀ ਦੀ ਜਾਨੀ ਕਿ ਆਫਿਸ ਦੇ ਵਿੱਚ ਬੈਠ ਕੇ। ਤੁਸੀਂ ਦੇਖੋ ਇਹ ਡਿਸਕਸ਼ਨ ਦੀ ਗੱਲ ਕਰਦੇ ਨੇ। ਅਸੀਂ ਇਹਨਾਂ ਦੇ ਚੋਣ ਮੈਨੀਫੈਸਟੋ ਨੂੰ ਚੱਕ ਕੇ ਹੀ ਬਹੁਤ ਸਾਰੇ ਮੁੱਦੇ ਉਠਾਏ। ਅਸੀਂ ਉਹਨਾਂ ਮੁੱਦਿਆਂ ਲਈ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ, ਚਾਹੇ ਸ਼ਰਾਬ ਕਾਰਪੋਰੇਸ਼ਨ ਦੀ ਗੱਲ ਕਰ ਲਈਏ, ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦੀ ਗੱਲ ਕਰ ਲਈਏ ਜਾਂ ਹੋਰ ਮੁੱਦਿਆਂ ਦੀ ਗੱਲ ਕਰ ਲਈਏ, ਅਸੀਂ ਬਾਰ-ਬਾਰ ਜਿਹੜਾ ਹੈਗਾ ਕੰਮ ਰੋਕੂ ਮਤਾ ਲੈ ਕੇ ਆਏ, ਅਸੀਂ ਬਾਰ-ਬਾਰ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਏ, ਅਸੀਂ ਬਾਰ-ਬਾਰ ਸੋਧ ਬਿੱਲ ਲੈ ਕੇ ਆਏ। ਇਹ ਸਾਨੂੰ ਕਹਿੰਦੇ ਕਿ ਅਸੀਂ ਡਿਸਕਸ਼ਨ ਤੋਂ ਭੱਜਦੇ ਆ, ਇਹ ਸਾਡਾ ਮਤਾ ਹੀ ਰਿਜੈਕਟ ਕਰ ਦਿੰਦੇ ਆ। ਜਦੋਂ ਮਤਾ ਹੀ ਰਿਜੈਕਟ ਕਰਤਾ ਡਿਸਕਸ਼ਨ ਹੋਏਗੀ ਕਿੱਥੇ? ਮਤ ਅਸੀਂ ਡਿਸਕਸ਼ਨ ਜਿਹੜਾ ਅਸੀਂ ਨਹੀਂ ਭੱਜਦੇ, ਉੱਥੇ ਪੰਜਾਬ ਦੀ ਸਰਕਾਰ ਅਹਿਮ ਗੱਲ ਹੈ। ਔਰ ਤੁਸੀਂ ਦੇਖੋ, ਹਾਂ ਪਿਛਲੇ ਸੈਸ਼ਨ ਦੇ ਵਿੱਚ ਦੇਖੋ, ਗੱਲ ਆ ਗਈ ਤੁਹਾਡੀ, ਗੱਲ ਆ ਗਈ ਸੈਸ਼ਨ ਦੇ ਵਿੱਚ ਕਿਹੜਾ ਐਸਾ ਗੱਲ ਆ ਗਈ ਜਦੋਂ ਦੀ ਜਿਹੜੀ ਕਿ ਸੂਬੇ ਦੀ ਸਰਕਾਰ ਜਿਹੜੀ ਗੋਡਿਆਂ ਪਰਨੇ ਨਹੀਂ ਹੈਗੀ ਸੀ। ਓਕੇ, ਗੱਲ ਆ ਗਈ ਤੁਹਾਡੀ ਜਿਹੜੀ ਕਿ ਆਪਾਂ ਜਵਾਬ ਵੀ ਲਵਾਂਗੇ। ਦੀਪਾ ਜੀ, ਮੈਂ ਤੁਹਾਡੇ ਤੋਂ ਵੀ ਜਵਾਬ ਲੈਣਾ ਚਾਹੁੰਦਾ। ਬ੍ਰੇਕ ਤੋਂ ਪਹਿਲਾਂ ਡਾਕਟਰ ਸੰਧੂ ਨੇ ਕਿਹਾ ਕਿ ਜਿਹੜਾ ਅਕਾਲੀ ਦਲ ਆ ਤਾਂ ਇਹਨਾਂ ਮੁੱਦਿਆਂ ਤੇ ਆਪ ਹੀ ਫਸਿਆ ਬੈਠਾ ਹੈ। ਕੇਂਦਰ ਦੀ ਵਜ਼ਾਰਤ ਦੀ ਗੱਲ ਹੈ, ਕਦੇ ਕੇਂਦਰ ਵੱਲ ਦੇਖਦੇ ਆ, ਕਦੇ ਪੰਜਾਬ ਵੱਲ ਦੇਖਦੇ ਆ। ਕਿਸਾਨੀ ਤੋਂ ਬਗੈਰ ਗੁਜ਼ਾਰਾ ਵੀ ਨਹੀਂ ਹੈ। ਇਸ ਕਰਕੇ ਜਦੋਂ ਬਹਿਸ ਦੀ ਗੱਲ ਆਉਂਦੀ ਹੈ ਤਾਂ ਸੈਸ਼ਨ ਦੇ ਵਿੱਚ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਵਿਰੋਧੀ ਧਿਰਾਂ ਜਿਹੜੀਆਂ ਵਾਕਆਊਟ ਜਿੰਦਾਬਾਦ ਮੁਰਦਾਬਾਦ ਕਰਕੇ ਬਾਹਰ ਆ ਜਾਂਦੀਆਂ, ਮੁੱਦਿਆਂ ਤੇ ਸੰਜੀਦਗੀ ਨਾਲ ਗੱਲ ਨਹੀਂ ਕਰਦੇ, ਚਾਹੇ ਆਪ ਹੈ ਜਾਂ ਅਕਾਲੀ ਦਲ ਹੈ। ਕਿ ਉਹਦੇ ਤੇ ਆਲ ਪਾਰਟੀ ਮੀਟਿੰਗ ਦੇ ਵਿੱਚ ਜਿਹੜੇ ਸਵਾਲ ਸਾਡੇ ਪ੍ਰਧਾਨ ਜੀਆਂ ਨੇ, ਸੁਖਬੀਰ ਸਿੰਘ ਬਾਦਲ ਜੀ ਨੇ ਚੱਕੇ, ਕੈਪਟਨ ਅਮਰਿੰਦਰ ਸਿੰਘ ਕੋਲ ਇੱਕ ਵੀ ਜਵਾਬ ਕੋਈ ਨਹੀਂ ਸੀ ਉਸ ਚੀਜ਼ ਦਾ ਕਿ 2017 ਦੇ ਵਿੱਚ ਤੁਸੀਂ ਆਪ ਤਾਂ ਐਕਟ ਬਣਾਇਆ, ਅੱਜ ਤੁਸੀਂ ਉਸ ਨੂੰ ਅਪੋਜ਼ ਕਰਦੇ ਹੋ। ਚਲੋ ਉਹ ਗੱਲ ਛੱਡੋ। ਬਾਕੀ ਜਿਹੜੀ ਡਾਕਟਰ ਸੰਧੂ ਨੇ ਗੱਲ ਕੀਤੀ ਹੈ ਕਿ ਅਸੀਂ ਤਾਂ ਜੀ ਉੱਥੇ ਬਾਹਰ ਆ ਜਾਂਦੇ ਹਾਂ, ਬਾਹਰ ਆ ਕੇ ਆਪਣਾ ਮਜਮਾ ਲਾ ਲੈਂਦੇ ਹਾਂ। ਜਦੋਂ ਤੁਸੀਂ ਸਾਨੂੰ ਡਿਸਕਸ ਕਰਨ ਨਹੀਂ ਦਿਓਗੇ, ਸਾਡੇ ਜਵਾਬ ਨਹੀਂ ਦਿਓਗੇ, ਸਾਨੂੰ ਟਾਈਮ ਨਹੀਂ ਦਿਓਗੇ, ਸਾਡੇ ਕੋਲ ਫਿਰ ਕੀ ਅਸੀਂ ਕਰ ਸਕਦੇ ਹਾਂ? ਅਸੀਂ ਆਵਾਜ਼ ਬੁਲੰਦ ਕਰਨ ਵਾਸਤੇ ਬਿਲਕੁਲ ਅਸੀਂ ਵਾਕਆਊਟ ਵੀ ਕਰਦੇ ਹਾਂ, ਉਹ ਸਾਡਾ ਹੱਕ ਹੈ। ਦੂਜੀ ਗੱਲ ਜਿਹੜੀ ਹੈ ਕਿ ਇਹ ਕਹਿੰਦੇ ਜੀ ਅਸੀਂ ਡਰਦੇ ਨਹੀਂ ਜੀ, ਅਕਾਲੀਆਂ ਤੋਂ ਤੇ ਵਿਰੋਧੀਆਂ ਤੋਂ ਨਹੀਂ ਡਰਦੇ। ਮੈਂ ਕਹਿੰਦਾ ਠੀਕ ਆ, ਸਾਡੇ ਤੋਂ ਘੱਟ ਡਰਦੇ ਹੋ ਤੁਸੀਂ, ਆਪਦੇ MLA MPਆਂ ਤੋਂ ਬਹੁਤ ਡਰਦੇ ਹੋ। ਅੱਜ ਵੇਲੇ ਜਿੰਨੇ ਵਿਰੋਧ ਤੁਹਾਡਾ ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਤੁਹਾਡੇ MP ਕਰ ਰਹੇ ਹੈ, ਤੁਹਾਡੇ MLA ਕਰ ਰਹੇ ਹੈ। ਡਾਕਟਰ ਸਾਹਿਬ, ਤੁਸੀਂ ਵਿਧਾਨ ਸਭਾ ਦਾ ਸੈਸ਼ਨ ਦੀ ਗੱਲ ਛੱਡੋ, ਤੁਸੀਂ CLP ਦੀ ਮੀਟਿੰਗ ਬੁਲਾ ਲੈ ਕੈਪਟਨ ਅਮਰਿੰਦਰ ਸਿੰਘ,
ਸਾਰੇ ਐਮਐਲਏ ਨੂੰ ਇਕੱਠਾ ਬੁਲਾ ਲੇ, ਤੁਸੀਂ ਵੇਖੋ ਕਿਵੇਂ ਉੱਥੇ ਜੂਟ ਪਟਾਂਗ ਹੁੰਦਾ, ਕਿਵੇਂ ਗੱਲਬਾਤ ਸੁਣੀ ਜਾਂਦੀ ਹੈ, ਕਿਵੇਂ ਵਿਰੋਧ ਹੁੰਦਾ ਕੈਪਟਨ ਅਮਰਿੰਦਰ ਸਿੰਘ ਦਾ। ਅਮਰਿੰਦਰ ਸਿੰਘ 2-2 4-4 ਐਮਐਲਏ ਨੂੰ ਡਿਨਰ ਤੇ ਲੰਚ ਤੇ ਬੁਲਾ ਕੇ ਤਾਂ ਜਾ ਕੇ ਕੰਮ ਚੱਲ ਰਿਹਾ। ਤੁਸੀਂ ਸੀਆਈਪੀ ਦੀ ਮੀਟਿੰਗ ਨਹੀਂ ਬੁਲਾ ਸਕਦੇ, ਵਿਰੋਧੀਆਂ ਨੂੰ ਤੁਸੀਂ ਸਾਹਮਣਾ ਕਰੋ, ਤੁਸੀਂ ਆਪਦੇ ਐਮਐਲਏ ਆਪਦੇ ਐਮਪੀਆਂ ਦਾ ਸਾਹਮਣਾ ਨਹੀਂ ਕਰ ਸਕਦੇ। ਕਾਂਗਰਸ ਪਾਰਟੀ ਆਪਦੇ ਕਲੇਸ਼ ਤੋਂ ਡਰਦੀ ਨਹੀਂ, ਸੈਸ਼ਨ ਛੋਟਾ ਰੱਖਿਆ, ਵਿਰੋਧੀਆਂ ਦਾ ਡਰ ਨਹੀਂ, ਤੁਸੀਂ ਇਹ ਕਹਿ ਰਹੇ ਹੋ? ਸਾਰੇ ਮੁੱਦਿਆਂ ਦਾ ਵੀ ਹੈ ਜੀ, ਮੁੱਦੇ ਆਣਗੇ, ਔਰ ਆਪਦੇ ਕਲੇਸ਼ ਤਾਂ ਬਹੁਤ ਜ਼ਿਆਦਾ ਇਸ ਵੇਲੇ। ਆਪਦੇ ਐਮਐਲਏ ਇਹਨਾਂ ਦੇ ਇੰਨੇ ਖਿਲਾਫ ਹੈ, ਇੰਨੀ ਡਿਸਸੈਟੀਸਫੈਕਸ਼ਨ ਹੈ, ਕੈਪਟਨ ਅਮਰਿੰਦਰ ਸਿੰਘ ਕਿਸੇ ਨੂੰ ਮਿਲਦਾ ਨਹੀਂ, ਲੁੱਟ ਪਈ ਹੋਈ ਆ। ਇਹ ਤਾਂ ਆਪਾਂ ਨੂੰ ਪਤਾ ਮੈਂਬਰ ਪਾਰਲੀਮੈਂਟ ਕਿਵੇਂ ਚਿੱਠੀਆਂ ਲਿਖਦੇ ਆ, ਔਰ ਚਿੱਠੀਆਂ ਦੀ ਕਿੰਨੀ ਕੁ ਪਰਵਾਹ ਕਰਦਾ। ਔਰ ਜੋ ਟੀਵੀ ਦੇ ਵਿੱਚ ਇਹਨਾਂ ਦਾ ਮੈਂ ਕਹਿੰਦਾ ਜੂਤ ਪਟਾਂਗ ਹੋ ਰਹੀ ਹੈ, ਇਹ ਕਦੀ ਵੇਖਿਆ ਕਿਸੇ ਪਾਰਟੀ ਵਿੱਚ? ਸਾਡੀ ਪਾਰਟੀ ਦੀ ਗੱਲ ਕਰਦੇ ਆ, ਵੇਖਿਆ ਜੋ ਇਹਨਾਂ ਦੀ ਪਾਰਟੀ 'ਚ ਹੋ ਰਿਹਾ? ਇਹਨਾਂ ਦੇ ਸੀਨੀਅਰ ਮੋਸਟ ਐਮਪੀ ਜੋ ਕੈਪਟਨ ਅਮਰਿੰਦਰ ਸਿੰਘ ਦੇ ਉਂਗਲੀਆਂ ਉਠਾ ਰਹੇ, ਇਹਦੀ ਸਰਕਾਰ ਤੇ ਇਹਦੀ ਕਿਸ ਤਰ੍ਹਾਂ ਚਲਾ ਰਹੇ ਆ, ਕਿਸ ਤਰ੍ਹਾਂ ਦੇ ਇਹਨਾਂ ਦੇ ਐਮਐਲਏ, ਇਹਨਾਂ ਦੇ ਹਲਕਾ ਇੰਚਾਰਜ ਕਿਸ ਤਰ੍ਹਾਂ ਦੀ ਲੁੱਟ ਪਾਈ ਹੋਈ ਹੈ, ਕਿਵੇਂ ਐਕਸਾਈਜ਼ ਦੇ ਵਿੱਚ 5500 ਕਰੋੜ ਦਾ ਘਪਲਾ ਹੋ ਚੁੱਕਿਆ। ਇਹਨਾਂ ਕੋਲ ਕਿਸੇ ਚੀਜ਼ ਦਾ ਜਵਾਬ ਨਹੀਂ, ਇਸ ਵਾਸਤੇ ਭੱਜ ਰਹੇ ਡਿਸਕਸ਼ਨ ਤੋਂ। ਜੀ ਗੱਲ ਆ ਗਈ ਤੁਹਾਡੀ ਜਿਹੜੀ ਹੈ ਡਾਕਟਰ ਸੰਧੂ, ਇਸ ਮੁੱਦੇ ਤੇ ਦਿਓਗੇ ਜਵਾਬ? ਇਹਨਾਂ ਦਾ ਕਹਿਣਾ ਕਿ ਕਾਂਗਰਸ ਆਪਣੇ ਅੰਦਰੂਨੀ ਕਲੇਸ਼ ਕਰਕੇ ਭੱਜ ਰਹੀ ਹੈ ਵੱਡੇ ਸੈਸ਼ਨ ਤੋਂ, ਵਿਰੋਧੀਆਂ ਤੋਂ ਤਾਂ ਡਰਦੀ ਹੈ ਕਿ ਨਹੀਂ ਡਰਦੀ। ਉਹ ਕਹਿੰਦੇ ਕਾਂਗਰਸ ਦਾ ਜਿਹੜਾ ਅੰਦਰੂਨੀ ਜੂਤ ਪਟਾਂਗ ਹੈ ਉਹਦੇ ਕਰਕੇ ਸੈਸ਼ਨ ਛੋਟਾ ਹੈ, ਆਪਣੀ ਐਮਐਲਏ ਆਪਣੀ ਵਿਧਾਇਕਾਂ ਦੇ ਮੰਤਰੀਆਂ ਤੋਂ ਡਰਦੀ ਹੈ ਸਰਕਾਰ। ਫਰਕ ਸਿਰਫ ਇੰਨਾ ਹੁੰਦਾ ਹੈ ਕਿ ਗਵਰਨਮੈਂਟ ਜਦੋਂ ਆਉਂਦੀ ਹੈ ਸੈਸ਼ਨ ਬੁਲਾਉਂਦੇ ਆ, ਸੈਸ਼ਨ ਰਿਕਮੈਂਡ ਹੁੰਦਾ ਹੈ, ਔਰ ਜੋ ਇਹ ਕਹਿੰਦੇ ਸਾਡੇ ਸਵਾਲ ਜਿਹੜੇ ਆ ਉਹ ਸਾਨੂੰ ਉਠਾਉਣ ਨਹੀਂ ਦਿੱਤੇ ਜਾਂਦੇ, ਜ਼ੀਰੋ ਅਰਥ, ਸਾਨੂੰ ਕੁਐਸਚਨਿੰਗ ਨਹੀਂ ਅਲਾਉਡ। ਸਾਡੇ ਜਿਹੜੇ ਆ ਅਸੀਂ ਪ੍ਰਪੋਜ਼ਲ ਭੇਜਦੇ ਆ ਵੀ ਅਸੀਂ ਇਹ ਤੇ ਡਿਸਕਸ਼ਨ ਕਰਨੀ ਹੈ। ਉਹ ਗਰਗ ਸਾਹਿਬ ਤੇ ਦੀਪਾ ਜੀ, ਤੁਸੀਂ ਤਾਂ ਬੜੇ, ਦੀਪਾ ਜੀ ਤਾਂ ਪੁਰਾਣੇ ਸਿਆਸੀ ਬੰਦੇ ਆ, ਇਹ ਫੈਸਲੇ ਸਰਕਾਰ ਨੇ ਨਹੀਂ ਲੈਣੇ ਹੁੰਦੇ, ਸਪੀਕਰ ਨੇ ਲੈਣੇ ਹੁੰਦੇ ਆ ਕਿ ਕਿਹੜਾ ਕੁਐਸਚਨ ਅਲਾਉ ਕਰਨਾ, ਕਿਹੜਾ ਨਹੀਂ ਕਰਨਾ। ਅੱਛਾ, ਆਪਾਂ ਨੂੰ ਵੀ ਪਤਾ ਸਪੀਕਰ ਕਿੰਨਾ ਦਾ ਹੈ। ਨਹੀਂ, ਇੱਕ ਮਿੰਟ ਆਏ ਨਹੀਂ, ਏਦਾਂ ਨਹੀਂ। ਉਸ ਤੋਂ ਬਾਅਦ ਕੀ ਹੁੰਦਾ, ਤੁਸੀਂ ਪਹਿਲਾਂ ਹੀ ਜਿਵੇਂ ਹੁੰਦਾ ਨਾ ਸਪ੍ਰਿੰਟਰ, ਬਈ ਉਹ ਆਦੀਆਂ ਪਾ ਕੇ ਸਪਾਈਕਸ ਤਿਆਰ ਬੈਠਾ ਹੁੰਦਾ, ਸੀਟੀ ਵਜੇ ਤਾਂ ਭੱਜੀਏ, ਤੁਹਾਡੀ ਤਿਆਰੀ ਪੂਰੀ ਹੁੰਦੀ ਹੈ। ਅੱਛਾ, ਬਾਹਰ ਆ ਕੇ ਤੁਸੀਂ ਬੜਾ ਬੈਨਰ, ਪੋਸਟਰ, ਤਰ੍ਹਾਂ ਦੀਆਂ ਫੋਟੋਆਂ ਖਿੱਚ ਕੇ ਆਰਟਿਸਟ ਬਣ ਜਾਂਦੇ ਸਾਰੇ। ਰੌਲਾ ਇਹ ਹੈ ਵੀ ਉਹ ਜਦੋਂ ਵਿਧਾਨ ਸਭਾ 4 ਦਿਨ ਚੱਲਦਾ, 1 ਦਿਨ ਚੱਲਦਾ, 10 ਦਿਨ ਚੱਲਦਾ, ਉਦੋਂ ਤੁਹਾਨੂੰ ਬੜਾ ਜੋਸ਼ ਆਉਂਦਾ, ਤੇ ਉਦੋਂ ਮੁੜ ਕੇ 6 ਮਹੀਨੇ ਤੁਸੀਂ ਸੌ ਜਾਂਦੇ ਆ ਵੀ ਚਲੋ ਉਦੋਂ ਤੇ ਆਪਾਂ ਤਿਆਰ ਕਰ ਲਈਏ ਪੋਸਟਰ, ਫਿਰ ਮਜਮਾ ਲਾਵਾਂਗੇ। ਮਾਫ ਕਰਨਾ, ਤੁਹਾਡੇ ਨਾਲੋਂ ਜ਼ਿਆਦਾ ਮਸਲੇ ਤੇ ਮੁੱਦੇ ਲੋਕਾਂ ਦੇ ਕਾਂਗਰਸ ਦੇ ਇਲੈਕਟਡ ਰੈਪਰੈਜ਼ੈਂਟੇਟਿਵਸ ਨੇ ਆਪਣੀ ਸਰਕਾਰ ਤੋਂ ਸਵਾਲ ਕਰਕੇ ਚੱਕੇ ਨੇ, ਔਰ ਸਾਡੀ ਹੀ ਇੱਕ ਸਰਕਾਰ ਹੈ ਜਿਹਦੇ ਵਿੱਚ ਇਹ ਖੁੱਲ੍ਹ ਹੈ ਕਿ ਸਾਡੀ ਸਰਕਾਰ ਨੂੰ ਸਾਡਾ ਐਮਐਲਏ ਸਵਾਲ ਕਰ ਸਕਦਾ। ਜਦੋਂ ਲੋਕ ਉਹਨੂੰ ਸਵਾਲ ਕਰਦੇ ਆ ਵੀ ਇਹਨਾਂ ਮਸਲਿਆਂ ਤੇ ਐਮਐਲਏ ਸਾਹਿਬ ਜਵਾਬ ਦਿਓ, ਉਹ ਸਿੱਧਾ ਸਰਕਾਰ ਨੂੰ ਚਿੱਠੀ ਵੀ ਲਿਖਦਾ ਹੈ, ਜਾ ਕੇ ਬੋਲਦਾ ਵੀ ਹੈ, ਔਰ ਸਰਕਾਰ ਉਹਨੂੰ ਗੌਲਦੀ ਵੀ ਹੈ। ਕਿੰਨਾ ਕਰ ਸਕਦੀ ਹੈ ਇਹ ਡਿਪੈਂਡ ਕਰਦਾ ਹੈ ਕਿ ਸਾਡੇ ਕੋਲ ਬਜਟ ਪੋਜੀਸ਼ਨ ਕੀ ਹੈ। ਇੱਕ ਮਿੰਟ ਜੀ, ਡੀਲ ਕਿ ਕੋਵਿਡ ਕਰਕੇ ਆਰਥਿਕ ਸੰਗਠਨ ਬੜਾ ਸੰਕਟ ਆਇਆ, ਸਾਰੇ ਮੁਲਕ 'ਚ ਆਇਆ, ਨਾਲੇ ਕਹਿੰਦੇ ਪ੍ਰਧਾਨ ਮੰਤਰੀ ਕਹਿੰਦਾ 5% ਲੋਨ ਲੈ ਲਓ, ਪੈਸਾ ਕੋਈ ਨਹੀਂ ਦੇਣਾ। ਮੈਨੂੰ ਇਹ ਦੱਸੋ, ਜੇ ਲੱਖਾਂ ਕਰੋੜਾਂ ਰੁਪਏ ਅਡਾਨੀਆਂ ਅੰਬਾਨੀਆਂ ਦੇ ਲੋਨਾਂ ਦੇ ਮਾਫ ਕੀਤੇ ਜਾ ਸਕਦੇ, ਇਹੋ ਜਿਹੇ ਹਾਲਾਤਾਂ ਦੇ ਵਿੱਚ ਉਹ ਪੈਸਾ ਸਟੇਟਾਂ ਦਾ ਸੈਂਟਰ ਮਾਫ ਨਹੀਂ ਕਰ ਸਕਦੀ, ਜਿਹੜਾ ਡਿਊ ਹੈ ਉਹਨੂੰ ਡਿਲੇ ਨਹੀਂ ਕਰ ਸਕਦੀ 2 ਸਾਲ। ਕਿਉਂ ਨਹੀਂ ਕਰਦੇ? ਕਿਉਂਕਿ ਇਹ ਸਾਰੀ ਵੋਟ ਬੈਂਕ ਪੋਲਿਟਿਕਸ ਹੈ। ਇਹਨਾਂ ਨੂੰ ਹੁਣ ਇਹ ਹੈ ਵੀ ਕਿਵੇਂ ਨਾ ਕਿਵੇਂ 2022 ਦੇ ਵਿੱਚ ਸਰਕਾਰ ਜਿਹੜੀ ਆ ਪਾਰਟੀ ਤਬਦੀਲ ਹੋਵੇ, ਔਰ ਇਹਨਾਂ ਦੇ ਜਿਹੜੇ ਇਹ ਮਾਫ ਕਰਨਾ ਦੀਪਾ ਜੀ, ਤੁਹਾਡੀ ਪਰਸਨਲ ਗੱਲ ਨਹੀਂ ਕਰ ਰਿਹਾ, ਇਹ ਜਿਹੜੀ ਭਾਈਵਾਲ ਪਾਰਟੀ ਹੈ ਝੋਲੀ ਚੱਕ ਆਰਐਸਐਸ ਤੇ ਬੀਜੇਪੀ ਦੀ, ਜਿਹੜੇ ਹੁਣ ਤੱਕ ਇੱਕ ਵਜ਼ਾਰਤ ਨਹੀਂ ਛੱਡ ਸਕੇ ਪੰਜਾਬ ਦੇ ਮੁੱਦਿਆਂ ਵਾਸਤੇ, ਵਿਧਾਨ ਸਭਾ 'ਚ ਰੌਲਾ ਪਾਉਣ ਨੂੰ ਤਿਆਰ ਹੈ, ਸੈਂਟਰ ਕੋਲੇ ਜਾਂਦੇ ਆ ਤਾਂ ਪੂਛ ਜਿਹੜੀ ਪਤਾ ਨਹੀਂ ਕਿੱਥੇ ਹੁੰਦੀ ਹੈ, ਤੇ ਉਹ ਕੀ ਮਸਲੇ ਚੱਕਣਗੇ, ਵਿਧਾਨ ਸਭਾ 'ਚ ਕੀ ਰੌਲਾ ਪਾਉਣਗੇ, ਆਰਡੀਨੈਂਸਸ ਦੇ ਖਿਲਾਫ। ਸਿਮਰਤ ਕੌਰ ਬਾਦਲ ਨੂੰ ਵਾਪਸ ਕਿਉਂ ਨਹੀਂ ਬੁਲਾਇਆ ਸੁਖਬੀਰ ਜੀ ਨੇ, ਕਿਉਂ ਉੱਥੇ ਬਿਠਾਇਆ ਹੋਇਆ? ਇਹ ਤਾਂ ਤੁਹਾਡਾ ਵੀ ਲੱਗਾ, ਲੋਕ ਤੁਹਾਨੂੰ ਵਾਪਸ ਲੈਣੇ ਆ। ਦੂਜੀ ਗੱਲ ਸ਼ਰਾਬ ਤੇ ਬੰਦੇ ਮਰੇ, ਅਫਸੋਸ ਹੋਇਆ। ਕੈਪਟਨ ਅਮਰਿੰਦਰ ਸਿੰਘ ਬਹੁਤ ਦੇਰ ਬਾਅਦ ਗਏ, ਸਾਰੀ ਦੁਨੀਆ ਨੂੰ ਪਤਾ, ਤੁਹਾਡੇ ਦੱਸਿਆ ਬਗੈਰ ਵੀ ਪਤਾ। ਤੁਸੀਂ ਇਹ ਦੱਸੋ, ਤੁਹਾਡੀ ਸਰਕਾਰ ਵੇਲੇ ਬਟਾਲੇ ਦੇ ਵਿੱਚ ਹੀ 35-36 ਬੰਦੇ ਇਸ ਤਰ੍ਹਾਂ ਹੀ ਸ਼ਰਾਬ ਨਾਲ ਮਰੇ ਸੀਗੇ। ਤੁਸੀਂ 10 ਸਾਲਾਂ ਦੇ ਵਿੱਚ ਸ਼ਰਾਬ ਦੇ ਮੁੱਦੇ ਤੇ ਆਪਾਂ ਅੱਗੇ ਵੀ
ਸਰ ਸ਼ਰਾਬ ਦੇ ਮੁੱਦੇ ਤੇ ਅੱਗੇ ਵੀ ਗੱਲ ਕਰ ਚੁੱਕੇ ਹਾਂ। ਬੇਨਤੀ ਦੀਪਕ ਜੀ, ਇਹ ਹੈ ਇਹਨਾਂ ਦਾ ਕਿ ਕਹਿਣਾ ਆਪਾਂ ਆਪਦੀ ਨਿੱਜੀ ਸਵਾਰਥ ਛੱਡ ਕੇ ਆਪਾਂ ਨੂੰ ਹੁਣ ਇਹੋ ਜੀ ਆਪਾਂ ਜਵਾਬ ਲਈਏ। ਕਾਰਵਾਈ ਚ ਲਿਆਉਣੀ ਪਊਗੀ Okay। ਜਿਹੜੀ ਲੋਕਾਂ ਪ੍ਰਤੀ ਸੱਚੀ ਜੀ ਹੋਵੇ। ਜੀ ਇਸ ਹਮਾਮ ਮੈਂ ਸਮਝ ਗਿਆ ਜਗਤਾਰ ਜੀ, ਲੋਕਾਂ ਪ੍ਰਤੀ ਸੱਚੀ। ਜਗਤਾਰ ਜੀ, ਇਹਨਾਂ ਨੂੰ ਸੈਂਟਰ ਦੀ ਦੀਪਾ ਮਿਨਿਸਟਰੀ, ਜੀ, ਸੈਂਟਰ ਦੀ ਮਿਨਿਸਟਰੀ ਜੋ ਪੰਜਾਬ ਨੂੰ ਮਿਲੀ ਹੋਈ ਹੈ, ਸ਼੍ਰੋਮਣੀ ਅਕਾਲੀ ਦਲ ਨੂੰ ਜੋ ਰਿਪਰੈਜ਼ੈਂਟੇਸ਼ਨ ਮਿਲੀ ਹੋਈ ਹੈ, ਉਹਨਾਂ ਦੀ ਬੜੀ ਤਕਲੀਫ ਹੈ। ਮਿਲੀ ਨਹੀਂ ਹੋਈ, ਤਰਲੇ ਕਰਕੇ ਲਈ ਹੈ। ਇੱਥੇ ਤਾਂ ਤਰਲੇ ਕਰਕੇ ਸਾਰਾ ਪੰਜਾਬ ਤੁਸੀਂ ਵੇਚਿਆ ਇੱਕ ਸੀਟ ਪਿੱਛੇ, ਇੱਕ ਵਜ਼ਾਰਤ ਪਿੱਛੇ। ਬਹੁਤ ਅੱਛਾ, ਵਾਹ ਕੀ ਬਾਤ ਹੈ। ਕਿਹੜਾ ਪੰਜਾਬ ਨੂੰ ਵੇਚਦਾ, ਕਿਹੜਾ ਆਪਦਾ ਘਰ ਭਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਤੋਂ ਵੱਧ ਕੋਈ ਨਹੀਂ ਜਾਣਦਾ ਅੱਜ ਕਿਹੜਾ ਕੈਪਟਨ ਆਪਦਾ ਘਰ ਭਰ ਰਿਹਾ। ਬਾਦਲ ਪਿੰਡ ਦੀ ਹਾਲਤ, ਇੱਕ ਪਾਸੇ ਸਵਰਗ, ਇੱਕ ਪਾਸੇ ਗਰੀਬਾਂ ਦਾ ਨਰਕ। ਬਾਦਲ ਪਿੰਡ 'ਚ ਵੇਖੋ ਜਾ ਕੇ, ਗਏ ਹੋ ਕਦੇ? ਸੁਖਵੀਰ ਦੇ ਘਰ ਦੇ ਬਾਹਰ ਜਾ ਕੇ ਦੇਖੋ ਕਿੰਨਾ ਗੰਦ ਪਿਆ। ਪਿੰਡ ਡਿਵੈਲਪਮੈਂਟ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਵੇਲੇ। ਅੱਜ ਕਿਸੇ ਪਿੰਡ ਦੇ ਵਿੱਚ ਪਹਿਲਾਂ ਦੱਸੋ, ਸੀਐਮ ਦੇ ਪਿੰਡ, ਡਿਪਟੀ ਕਿਸੇ ਸ਼ਹਿਰ ਦੇ ਵਿੱਚ ਇੱਕ ਲੱਗੀ ਹੋਵੇ। ਅੱਜ ਸ਼ਹਿਰਾਂ ਦਾ ਹਾਲ ਦੇਖ ਲਓ, ਜੋ ਬੁਰਾ ਹਾਲ ਅੱਜ ਬਾਦਸ਼ਾਹ ਦੇ ਵਿੱਚ। ਕਿਸੇ ਪਿੰਡ, ਕਿਸੇ ਸ਼ਹਿਰ 200 ਫੁੱਟ ਚੌੜੀ ਸੜਕ ਸੁਖਵੀਰ ਦੇ ਘਰ ਤੱਕ ਜਾਂਦੀ ਹੈ, ਬਸ ਉਹਦੇ 'ਚ ਵੀ ਟੋਏ ਪਏ ਆ, ਉਹਦੇ 'ਚ ਵੀ ਰੱਜ ਕੇ ਪੈਸੇ ਖਾਦੇ ਆ। ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲੇ ਵੀ ਸਭ ਤੋਂ ਵੱਧ ਪੈਸਾ ਲੱਗਿਆ ਉਦੋਂ। ਇਹ ਬਾਦਲ ਪਿੰਡ ਦੀ ਗੱਲ ਨਾ ਕਰੋ, ਹਰੇਕ ਪਿੰਡ ਦੇ ਵਿੱਚ ਡਿਵੈਲਪਮੈਂਟ ਹੋਈ ਹੈ। ਡਿਵੈਲਪਮੈਂਟ ਵਾਸਤੇ ਨਹੀਂ ਲਾਏ, ਉਹਦੇ 'ਚ ਰੱਜ ਕੇ ਪੈਸੇ ਖਾਦੇ ਆ, ਕੀਤਾ ਕੱਖ ਨਹੀਂ, ਵਿਖਾਵਾ ਹੀ ਹੈ। ਤੇ ਡਾਕਟਰ ਸੰਧੂ ਔਰ ਡਾਕਟਰ ਸੰਧੂ ਸਾਹਿਬ, ਮੇਰੀ ਗੱਲ ਸੁਣੋ, ਪੈਸੇ ਲਾਤੇ। ਇੱਕ ਮਿੰਟ ਮੇਰੀ ਗੱਲ ਸੁਣੋ। ਹੁਣ ਇਲਜ਼ਾਮ ਬੜੇ ਲਾਤੇ, ਇਲੈਕਸ਼ਨਾਂ ਤੋਂ ਪਹਿਲਾਂ ਵੀ ਇਲਜ਼ਾਮ ਬੜੇ ਲਾਤੇ, ਸਰਕਾਰ ਬਣਾ ਲਈ, ਗੁਟਕਾ ਸਾਹਿਬ ਦੀ ਸਹੁੰ ਚੱਕ ਕੇ 3.5 ਸਾਲ ਤੁਹਾਡੇ ਸਰਕਾਰ ਹੋ ਗਈ, ਇੱਕ ਤੁਸੀਂ ਇਲਜ਼ਾਮ ਪੂਰਾ ਕੀਤਾ? ਖੜਾਓ ਸਾਨੂੰ ਕੋਰਟ ਦੇ ਵਿੱਚ, ਪਰਚੇ ਦਰਜ ਕਰੋ ਸਾਡੇ ਤੇ। ਕੀ ਬਕਵਾਸ ਕਰੀ ਜਾਂਦੇ ਹੋ? ਹਮੇਸ਼ਾ ਆ ਕੇ ਐਲੀਗੇਸ਼ਨ ਲਾਣੇ, ਕਰਪਸ਼ਨ ਕਰ ਲਈ। ਜੇ ਕਰਪਸ਼ਨ ਕੀਤੀ ਹੈ ਕਿਸੇ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਵੇਲੇ, ਪੈਸਾ ਖਾਦਾ ਹੈ, ਤੁਹਾਨੂੰ ਸਰਕਾਰ ਇਸੇ ਵਾਸਤੇ ਦਿੱਤੀ ਸੀ। ਨੋ ਐਵੇਂ ਬੋਲਣ ਵਾਸਤੇ ਬਕਵਾਸ ਬੋਲੋ ਨਾ ਤੁਸੀਂ, ਬਿਲਕੁਲ ਗਲਤ ਨਾ ਕਰੋ। ਜੇ ਤੁਸੀਂ ਸਾਡੇ ਐਲੀਗੇਸ਼ਨ ਲਾਏ ਆ ਲਫ਼ਜ਼, ਮੈਂ ਕਹਿੰਦਾ ਸਾਡੇ ਤੇ, ਤੁਸੀਂ ਮੇਰੀ ਗੱਲ ਸੁਣੋ। ਮੈਂ ਕਹਿੰਦਾ ਬਿਲਕੁਲ ਗਲਤ ਕਹਿ ਰਹੇ ਹੋ ਤੁਸੀਂ, ਬਿਲਕੁਲ ਗਲਤ ਕਹਿ ਰਹੇ ਹੋ, ਬਿਲਕੁਲ ਗਲਤ। ਪ੍ਰੂਵ ਕਰੋ ਉਹਨੂੰ, ਸਰਕਾਰ ਤੁਹਾਡੀ ਹੈ, ਤੁਹਾਡੀ ਕੀ ਚੀਜ਼ ਬਕਵਾਸ ਹੈ, ਹੋਰ ਕੀ ਹੈ? ਜੋ ਤੁਸੀਂ ਐਲੀਗੇਸ਼ਨ ਲਾਏ ਸਭ ਬਕਵਾਸ ਹੈ। ਜੇ ਚਲੋ ਦੋਨਾਂ ਦੀ ਗੱਲ ਆ ਗਈ। ਸੰਧੂ ਸਾਹਿਬ ਦੇ ਐਲੀਗੇਸ਼ਨ, ਨਸ਼ਿਆਂ ਦੇ ਐਲੀਗੇਸ਼ਨ ਪ੍ਰੂਵ ਨਹੀਂ ਕਰੋਗੇ, ਸਭ ਬਕਵਾਸ ਹੈ। ਲੋਕ ਵੀ ਕਹਿੰਦੇ ਚਲੋ ਓਕੇ ਜੀ ਦੀਪਾ ਜੀ, ਤੁਹਾਡੀ ਵੀ ਗੱਲ ਆ ਗਈ। ਸੰਧੂ ਸਾਹਿਬ ਤੁਹਾਡੀ ਗੱਲ, ਮਿਹਰਬਾਨੀ। ਤੁਹਾਡੇ ਲੋਕਾਂ ਨੇ ਆਪਾਂ ਅੱਗੇ ਇਦਾਂ ਬਹਿਸ ਜਵੇਲ ਹੋ ਗਈ, ਕੁਛ ਕਰੋਗੇ? ਕੀ ਕੀਤਾ ਸਾਡੇ 3 ਸਾਲਾਂ ਚ? ਅੱਜ ਵੀ ਤੁਸੀਂ ਉਹ ਗੱਲਾਂ ਕਰੀ ਰਹੇ ਹੋ। ਹੱਥ ਪੈਸਾ ਖਾ ਕੇ ਐਡੀ ਈਗੋ ਹੈ, ਆਪਾਂ ਬਾਤ ਈਗੋ ਹੈ। ਹਰ ਨੋ ਗਲਤ। ਤੁਸੀਂ ਡਾਕਟਰ ਸੰਧੂ ਤੁਹਾਡੀ ਗੱਲ ਆ ਗਈ ਦੀਪਾ ਜੀ। 3.5 ਸਾਲਾਂ ਚ ਕਿਸੇ ਇੱਕ ਸਰਪੰਚ ਦੀਪਾ ਜੀ ਆਪਣੀ ਗੱਲ ਮੁਕੰਮਲ ਕਰੋ। ਤੇ ਜ਼ਾਇਆ ਕਰਕੇ 15 ਸੀਟਾਂ ਤੇ ਆ ਕੇ ਵੀ ਸ਼ਰਮ ਨਹੀਂ ਆਈ। 10 ਓਕੇ ਜੀ ਜੀ 15 ਸੀਟਾਂ ਤੇ ਆ ਗਏ, ਤੁਹਾਨੂੰ ਸ਼ਰਮ ਨਹੀਂ ਆਈ ਤੇ ਸਾਨੂੰ ਕਹੀ ਜਾਂਦੇ 3.5। ਚਲੋ ਆਪਾਂ ਰਾਸ਼ੀ ਰੈਲੀ ਖੜਾ ਨਾ ਬਣਾਈਏ। ਹਾਲ ਕਰਨਗੇ ਡਾਕਟਰ ਸੰਧੂ, ਦੀਪਾ ਜੀ ਤੋਂ ਘੱਟ ਸੀਟਾਂ ਨਾ ਰਹਿ ਜਾਣ ਤੁਹਾਡੀਆਂ। ਤੁਸੀਂ ਸਰ ਆਪਾਂ ਜੋ ਤੁਸੀਂ ਲੁੱਟ ਓਕੇ, ਆਪਾਂ ਰਾਸ਼ੀ ਰੈਲੀ ਨਾ ਬਣਾਈਏ। ਗੁਟਕਾ ਸਾਹਿਬ ਦੀ ਜੋ ਤੁਸੀਂ ਸੌ ਖਾ ਕੇ ਲੋਕਾਂ ਨਾਲ ਧੋਖਾ ਕੀਤਾ, ਲੋਕ ਤੁਹਾਨੂੰ ਦੱਸਣਗੇ ਕਿੰਨੀਆਂ ਸੀਟਾਂ। ਚਲੋ ਗੱਲ ਆ ਗਈ ਦੀਪਾ ਜੀ, ਪਲੀਜ਼ ਦੀਪਾ, ਮੈਨੂੰ ਬਹਿਸ ਰੋਕਣੀ ਪੈਗੀ ਜੀ। ਡਾਕਟਰ ਸੰਧੂ, ਦੀਪਾ ਜੀ ਤੁਹਾਡੀ ਗੱਲ ਆ ਗਈ। ਗਰਗ ਸਾਹਿਬ, ਨੀਲ ਗਰਗ ਜੀ ਜਦੋਂ ਪੰਜਾਬ ਦੇ ਮੁੱਦਿਆਂ ਤੇ ਬਹਿਸ ਦੀ ਗੱਲ ਕਰਦੇ ਆ, ਜਿੱਦਾਂ ਦੀਪਾ ਜੀ ਦਾ ਕਹਿਣਾ ਹੈ, ਇਸ ਤਰੀਕੇ ਨਾਲ ਡਾਕਟਰ ਸੰਧੂ ਦਾ ਕਹਿਣਾ ਹੈ। ਪੰਜਾਬ ਦੇ ਜਦੋਂ ਆਪਾਂ ਵਿਕਾਸ ਦੀ ਜਾਂ ਪੰਜਾਬ ਦੇ ਬੇੜਾ ਗਰਕ ਕਰਨ ਦੀ ਗੱਲ ਕਰਦੇ ਆ, ਡਾਕਟਰ ਸੰਧੂ ਦਾ ਕਹਿਣਾ ਹੈ ਕਿ ਇਹੋ ਜਿਹੀ ਸਰਕਾਰ ਲੈ ਕੇ ਆਓ ਜਿਹੜੇ ਪੰਜਾਬ ਦੇ ਪ੍ਰਤੀ ਸਹਿਰਦ ਹੋਵੇ, ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੀ ਹੋਵੇ। ਤੁਸੀਂ ਕੀ ਸੋਚਦੇ ਹੋ ਕਿ ਕਿਹੋ ਜਿਹੀ ਸਰਕਾਰ ਹੋ ਸਕਦੀ ਹੈ? ਆਮ ਆਦਮੀ ਪਾਰਟੀ ਦੀ ਬਿਲਕੁਲ ਸਿੱਧੂ ਸਾਹਿਬ, ਇਦਾਂ ਦੀ ਸਰਕਾਰ ਹੋ ਸਕਦੀ ਹੈ ਜਿਹੜੀ ਕਿ ਡਾਕਟਰ ਸੰਧੂ ਨੇ ਖੁਦ ਹੀ ਕਹਿਤਾ, ਆਮ ਆਦਮੀ ਪਾਰਟੀ ਦੀ ਕਹਿਣਗੇ। ਪੰਜਾਬ ਦੇ ਲੋਕ ਵੀ ਇੱਕ ਇਮਾਨਦਾਰ ਰਾਜਨੀਤੀ ਦੀ ਸਰਕਾਰ ਚਾਹੁੰਦੇ ਆ। ਭਗਵੰਤ ਸਿੰਘ, ਮੈਂ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਦਾ, ਮਾਫ ਕਰਨਾ ਨੀਲ ਜੀ। ਭਗਵੰਤ ਸਿੰਘ ਮਾਨ ਸੀਐਮ ਹੋਣਗੇ ਵੀ ਕਹਿ ਦਿਓ ਨਾ ਨਾਲ। ਮੈਂ ਕੇਜਰੀਵਾਲ ਵਰਗੇ ਇਮਾਨਦਾਰ ਬੰਦਿਆਂ ਦੀ ਗੱਲ ਨਹੀਂ ਕਰਦਾ, ਮੈਂ ਭਗਵੰਤ ਮਾਨ ਵਰਗੇ ਇਮਾਨਦਾਰ ਬੰਦਿਆਂ ਦੀ ਗੱਲ ਨਹੀਂ ਕਰਦਾਗਾ। ਤੁਸੀਂ ਸਾਰੇ ਪਾਸੇ ਕਰਦੇ। ਚਲੋ ਨੀਲ ਗਰਗ ਜੀ ਨੂੰ ਆਪਣੀ ਗੱਲ ਕਹਿ ਲੈਣ ਦਿਓ। ਗਗਨ ਮਾਨ ਔਰ ਗਗਨ ਮਾਨ ਜੀ ਗਗਨ ਮਾਨ 10 ਦਿਨਾਂ ਚ ਕੱਢ ਕੇ ਬਾਹਰ ਮਾਰੂਗਾ ਭਗਵੰਤ ਮਾਨ। ਇਹ ਤੁਹਾਡੀ ਇਹੋ ਜੀ ਸਰਕਾਰ ਬਣਾਓ। ਚਲੋ ਕੋਈ ਗੱਲ ਨਹੀਂ, ਕੋਈ ਗੱਲ। ਸੌਰੀ ਡਾਕਟਰ ਸੰਧੂ, ਨੀਲ ਗਰਗ ਕੀਤਾ ਜੀ ਜੀ, ਚਲੋ ਕਰੋ ਗੱਲ।
ਓਕੇ ਨੀਲ ਗਰਗ ਪਲੀਜ਼ ਆਪਣੀ ਗੱਲ ਮੁਕੰਮਲ ਕਰੋ ਜੀ। ਨਹੀਂ ਸੰਧੂ ਸਾਹਿਬ ਇਹਨਾਂ ਨੂੰ ਬੋਲ ਲੈਂਦੇ ਤਾਂ ਸਾਨੂੰ ਹੀ ਫਾਇਦਾ, ਸਾਨੂੰ ਕੋਈ ਨੁਕਸਾਨ ਨਹੀਂ ਹੈਗਾ। ਜਿਸ ਤਰ੍ਹਾਂ ਦੀ ਭਾਸ਼ਾ ਇਹ ਵਰਤ ਰਹੇ ਹੈ ਔਰ ਸਾਨੂੰ ਕੋਈ ਇਹਨਾਂ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈਗੀ ਹੈ। ਉਹ ਸਰਟੀਫਿਕੇਟ ਲੋਕਾਂ ਨੇ ਦੇਣਾ, ਪਹਿਲਾਂ ਅਕਾਲੀ ਦਲ ਨੂੰ ਦੇਤਾ, ਤੁਹਾਨੂੰ ਵੀ ਹੁਣ ਦੇ ਦੇਣਗੇ। ਡਾਕਟਰ ਸਾਹਿਬ, ਉਹ ਡਾਕਟਰ ਸਾਹਿਬ ਟੇਕ ਕੇ ਬੈਠ ਜਾਓ ਹੁਣ, ਤੁਸੀਂ ਡਾਕਟਰ ਸਾਹਿਬ 10 ਮਿੰਟ ਟੇਕ ਕੇ ਬੈਠ ਜਾਓ ਹੁਣ, ਆਪਾਂ ਕਰ ਲੈਂਦੇ ਦੂਜੇ ਨੂੰ। ਓਕੇ ਆਪਾਂ ਗੱਲ ਕਰ ਲਈਏ ਜੀ। ਮੈਨੂੰ ਸਵਾਲ ਜੀ ਜੀ ਟੇਕ ਕੇ ਬੈਠਾ ਕਮਾਲ ਕਰਦੇ ਹੋ। ਓਕੇ ਕਰ ਲਓ 10 ਮਿੰਟ ਆਪਾਂ ਨੀਲ ਗਰਗ ਪਲੀਜ਼, ਨੀਲ ਗਰਗ ਓਕੇ ਡਾਕਟਰ ਸੰਧੂ ਜੀ ਜੀ ਓਕੇ ਨੀਲ ਗਰਗ ਪਲੀਜ਼ ਆਪਣੀ ਗੱਲ ਕਰ ਲਓ, ਪਲੀਜ਼ ਆਪਣੀ ਗੱਲ ਕਰੋ। ਡਾਕਟਰ ਸੰਧੂ ਚੁੱਪ ਨੇ, ਆਪਣੀ ਗੱਲ ਕਹੋ। ਕਾਂਗਰਸ ਦੀ ਸਰਕਾਰ ਹੈਗੀ ਹੈ ਜਿੱਥੇ ਉਹ ਉਹਨਾਂ ਦੇ ਐਮਐਲਏ ਸਰਕਾਰ ਨੂੰ ਸਵਾਲ ਪੁੱਛ ਸਕਦੇ ਆ। ਜੇਕਰ ਵਾਕਈ ਹਾਲਾਤ ਇਹ ਨੇ, ਜੇਕਰ ਉਹਨਾਂ ਦੇ ਐਮਐਲਏ ਸਰਕਾਰ ਨੂੰ ਸਵਾਲ ਪੁੱਛ ਸਕਦੇ ਆ, ਤੇ ਫਿਰ ਜਦੋਂ ਵਿਰੋਧੀ ਸਵਾਲ ਪੁੱਛਦੇ ਉੱਥੇ ਕੀ ਪ੍ਰੋਬਲਮ ਹੈਗੀ ਹੈ? ਗੱਲ ਇਹ ਨਹੀਂ ਹੈ। ਗੱਲ ਅਸਲੀਅਤ ਇਹ ਹੈਗੀ ਹੈ ਕਿ ਕਿਤੇ ਨਾ ਕਿਤੇ ਜਿਹੜੀ ਹੈ ਇਹ ਕੈਪਟਨ ਦੀ ਸਰਕਾਰ, ਇਹ ਮੋਦੀ ਸਰਕਾਰ ਦੀ ਬੋਲੀ ਬੋਲਦੀ ਹੈ ਔਰ ਦੋਨੋਂ ਹੀ ਜਿਹੜਾ ਹੈਗਾ ਕਰੋਨਾ ਨੂੰ ਇੱਕ ਬਹਾਨਾ ਬਣਾ ਕੇ ਯੂਜ਼ ਕਰ ਰਹੇ ਆ। ਕੇਂਦਰ ਸਰਕਾਰ ਨੇ ਤਿੰਨੋਂ ਆਰਡੀਨੈਂਸ ਉਦੋਂ ਲੈ ਕੇ ਆਂਦੇ, ਇੰਨੀ ਕੀ ਐਮਰਜੈਂਸੀ ਹੋ ਗਈ ਸੀ ਕਿ ਜਦੋਂ ਮੁਲਕ ਦੇ ਵਿੱਚ ਕਰੋਨਾ ਫੈਲਿਆ ਹੋਇਆ ਸੀ ਔਰ ਪੰਜਾਬ ਦਾ ਕਿਸਾਨ ਜਿਹੜਾ ਔਰ ਲੋਕ ਲਗਾਤਾਰ ਇਸ ਲਈ ਸੰਘਰਸ਼ ਕਰ ਰਹੇ ਸੀ, ਤਾਂ ਜਿਹੜਾ ਹੈ ਕੈਪਟਨ ਸਾਹਿਬ ਨੇ ਇਹੋ ਜਿਹੀਆਂ ਜਿਹੜੀਆਂ ਪਾਬੰਦੀਆਂ, ਇਹੋ ਜਿਹੇ ਨਿਯਮ ਲਾਗੂ ਕਰ ਦਿੱਤੇ ਕਿ ਹਰ ਇੱਕ ਨੂੰ ਫੜ ਕੇ ਉਸ ਤੇ ਪਰਚਾ ਕੱਟ ਦਿਓ, ਤੇ ਕਿਤੇ ਨਾ ਕਿਤੇ ਉਹਨਾਂ ਦਾ ਪੱਖ ਪੂਰਦਾ ਨਜ਼ਰ ਆਉਂਦੇ ਆ। ਦੂਸਰੀ ਮੈਂ ਤੁਹਾਡੇ ਨਾਲ ਗੱਲ ਕੀਤੀ ਕਿ ਜਿਹੜਾ ਹੈਗਾ ਫਿਸਕਲ ਰਿਸਪੌਂਸਿਬਿਲਿਟੀ ਐਂਡ ਬਜਟ ਮੈਨੇਜਮੈਂਟ ਦੇ ਵਿੱਚ ਤਰਮੀਮ ਕਰਕੇ ਜੋ ਕੇਂਦਰ ਸਰਕਾਰ ਇੱਕ ਚੱਕਰਵਿਊਹ ਦੇ ਵਿੱਚ ਫਸਾ ਰਹੀ ਹੈਗੀ ਹੈ, ਉਸ ਚੱਕਰਵਿਊਹ ਦੀ ਜਿਹੜੀ ਹੈ ਡਿਸਕਸ਼ਨ ਵਿਧਾਨ ਸਭਾ ਦੇ ਵਿੱਚ ਹੋਣੀ ਬਣਦੀ ਹੈ। ਪਰ ਇਹ ਕੈਪਟਨ ਦੀ ਸਰਕਾਰ ਜਿਹੜੀ ਹੈ ਉਸ ਦੇ ਉੱਤੇ ਵੀ ਡਿਸਕਸ਼ਨ ਨਹੀਂ ਹੋਣ ਦੇਣਾ ਚਾਹੁੰਦੀ, ਕਿਉਂਕਿ ਜੋ ਡਿਸਕਸ਼ਨ ਹੋਏਗੀ ਤਾਂ ਉਹ ਗੱਲ ਲੋਕਾਂ 'ਚ ਜਾਏਗੀ। ਕਿਉਂਕਿ ਵਿਧਾਨ ਸਭਾ ਦੇ ਵਿੱਚ ਜਿਹੜੀ ਡਿਸਕਸ਼ਨ ਹੁੰਦੀ ਹੈ ਉਹ ਗੱਲ ਲੋਕਾਂ 'ਚ ਜਾਂਦੀ ਹੈ। ਗੱਲ ਲੋਕਾਂ 'ਚ ਜਾਂਦੀ ਹੈ ਤਾਂ ਕੇਂਦਰ ਦੀ ਜਿਹੜੀ ਸਰਕਾਰ ਹੈਗੀ ਹੈ, ਕੇਂਦਰ ਦੀ ਸਰਕਾਰ ਐਕਸਪੋਜ਼ ਹੁੰਦੀ ਹੈ। ਤਾਂ ਇਸ ਕਰਕੇ ਮੈਂ ਸਮਝਦਾ ਹੈਗਾ ਕਿ ਮੋਦੀ ਦਾ ਪੱਖ ਪੂਰਨ ਵਾਸਤੇ ਕੈਪਟਨ ਨੇ ਪੂਰਾ ਜ਼ੋਰ ਲਾਇਆ ਹੋਇਆ। ਥੈਂਕ ਯੂ ਵੈਰੀ ਮਚ। ਨਹੀਂ ਸਮਝ ਗਿਆ ਲਾਸਟ ਕਮੈਂਟ ਡਾਕਟਰ ਸੰਧੂ। ਈਡੀ ਦੇ ਕੇਸ ਜਿਹੜੇ ਹੈਗੇ ਉਹਨਾਂ ਦੇ ਜੀ ਚੁੱਪ ਕਰਾ ਲਓ ਜੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਪਹਿਲਾਂ। ਹਾਂਜੀ ਆ ਗਈ ਡਾਕਟਰ ਸੰਧੂ ਲਾਸਟ ਕਮੈਂਟ ਤੁਹਾਡੇ। ਓਕੇ ਗਰਗ ਸਾਹਿਬ ਪਲੀਜ਼ ਡਾਕਟਰ ਸੰਧੂ ਲਾਸਟ ਕਮੈਂਟ ਤੁਸੀਂ ਆਪਣੀ ਗੱਲ ਕਰੋ। ਐਲੀਗੇਸ਼ਨ ਤੁਹਾਡੀ ਰਿਸਪੈਕਟ ਓਕੇ ਕੁਝ ਵੀ ਬੋਲੋਗੇ ਜੀ ਹਰ ਇੱਕ ਬੰਦੇ ਦੀ ਸੈਲਫ ਗਰਗ ਸਾਹਿਬ ਆਪਾਂ ਜਾਲਤੇ ਚ ਰਹਿ ਚੱਕ ਕੇ ਇੱਥੇ ਆ ਕੇ ਬੋਲਣਾ, ਆਪਾਂ ਜਾਲਤੇ ਚ ਰਹਿ ਗਏ ਕੋਈ ਨਹੀਂ। ਓਕੇ ਗਰਗ ਸਾਹਿਬ ਪਲੀਜ਼ ਡਾਕਟਰ ਸੰਧੂ ਟਾਈਮ ਨਹੀਂ ਹੈ। ਡਾਕਟਰ ਸੰਧੂ ਆਪਣੀ ਗੱਲ ਕਰਕੇ ਆਪਾਂ ਬਹਿਸ ਨਿਬੇੜ ਗਏ ਆਪਣੀ ਗੱਲ ਕਰਕੇ। ਜਦੋਂ ਨੀਲ ਗਰਗ ਹੋਣੀ ਕਹਿੰਦੇ ਆ ਕਿ ਕੇਂਦਰ ਦੇ ਮੁੱਦਿਆਂ ਤੇ ਅਸੀਂ ਸਹਿਯੋਗ ਦੇਣ ਨੂੰ ਤਿਆਰ ਹਾਂ, ਤਾਂ ਜਿਹੜੀ ਹੈਗੀ ਹੈ ਕੈਪਟਨ ਅਮਰਿੰਦਰ ਦੀ ਸਰਕਾਰ ਵਿਰੋਧੀ ਤਰ੍ਹਾਂ ਦਾ ਸਹਿਯੋਗ ਲਏਗੀ। ਪੰਜਾਬ ਨਾਲ ਜੁੜੇ ਮੁੱਦਿਆਂ ਤੇ ਅਸੀਂ ਜਿਹੜੇ ਕੈਪਟਨ ਸਰਕਾਰ ਦੀ ਸਹਿਯੋਗ ਕਰਨ ਲਈ ਤਿਆਰ ਹੈ। ਫਿਰ ਕਿਉਂ ਨਹੀਂ ਆਪਾਂ ਸਹਿਯੋਗ ਲੈ ਰਹੇ? ਇਹ ਕਹਿ ਰਹੇ ਇਸ ਕਰਕੇ ਨਹੀਂ ਲੈ ਰਹੇ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਫਿਰ ਮੋਦੀ ਦੀ ਬੋਲੀ ਬੋਲਦੀ ਹੈ, ਐਕਸਪੋਜ਼ ਹੁੰਦੀ ਹੈ ਜੇ ਸੈਸ਼ਨ ਲੰਬਾ ਹੁੰਦਾ ਹੈ। ਲਾਸਟ ਕਮੈਂਟ ਡਾਕਟਰ ਸੰਧੂ ਆਪਣੀ ਗੱਲ ਕਹੋ, ਆਪਾਂ ਐਲੀਗੇਸ਼ਨ 'ਚ ਨਾ ਪਈਏ ਜੀ ਪਲੀਜ਼। ਨਹੀਂ ਮੈਂ ਤਾਂ ਇਹਨਾਂ ਨੂੰ ਬਹੁਤ ਸ਼ੁਕਰੀਆ ਕਰਦਾ ਇਹਨਾਂ ਦਾ, ਤੇ ਦੀਪਾ ਜੀ ਨੂੰ ਬੇਨਤੀ ਕਰਦਾ ਵੀ ਆਪਾਂ ਕੋ ਲੜਦੇ ਭਾਈ, ਆਪਾਂ ਤਾਂ ਰਲੇ ਵੇ ਆ। ਸਾਡੀ ਸਰਕਾਰ ਤਾਂ ਤੁਹਾਡੀ ਸਰਕਾਰ ਦੀ ਦਿੱਲੀ ਵਾਲੀ ਦੀ ਬੋਲੀ ਬੋਲਦੀ ਹੈ, ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ। ਫਿਰ ਦੀਪਾ ਜੀ ਕਾਹਦੇ ਮੁੱਦੇ ਉਠਾਈ ਜਾਂਦੇ ਵੀ ਸਾਡੀ ਸੁਣਦੇ ਨਹੀਂ ਹੈ। ਅਸੀਂ ਤਾਂ ਸਿੱਧੀ ਸੈਂਟਰਲ ਗਵਰਨਮੈਂਟ ਨਾਲ ਆਟੀ ਸਟੀ ਲਾਈ ਬੈਠੇ ਆ ਆਮ ਆਦਮੀ ਪਾਰਟੀ ਦੇ ਮੁਤਾਬਕ। ਤੇ ਦਿੱਲੀ ਦੇ ਵਿੱਚ ਇਹਨਾਂ ਨੂੰ ਪੁੱਛੋ ਕੇਜਰੀਵਾਲ ਦੀ ਸਰਕਾਰ ਕਿਵੇਂ ਬਣੀ, ਉਹਦੀ ਕਿਹਦੇ ਨਾਲ ਆਟੀ ਸਟੀ ਸੀ? ਇਹ ਛੱਡੋ ਗੱਲਾਂ, ਗੱਲ ਮੁੱਦੇ ਤੇ ਆਓ। ਪੰਜਾਬ ਦੇ ਮੁੱਦੇ ਬਹੁਤ ਵੱਡੇ ਨੇ, ਗੰਭੀਰ ਨੇ। ਸਟੇਟ ਦਾ ਬੇੜਾ ਗਰਕ ਹੋਇਆ ਪਿਆ। ਮੈਂ ਨਹੀਂ ਕਹਿੰਦਾ ਸਾਡੀ ਗਵਰਨਮੈਂਟ ਨੇ ਅੰਨੀਆਂ ਪਾਤੀਆਂ, ਉਪਰਾਲਾ ਹੋਇਆ, ਲੇਕਿਨ ਸਮੇਂ ਦੀ ਸੱਟ ਐਸੀ ਵੱਜੀ ਹੈ। ਔਰ ਇਹ ਜਿਹੜੇ ਮੇਰੇ ਭਰਾ ਬੈਠੇ ਆ, ਇਹਨਾਂ ਦੇ 10 ਸਾਲਾਂ ਦੀ ਕਰਤੂਤ ਦੀ ਸੱਟ ਐਸੀ ਵੱਜੀ ਹੈ ਕਿ 5 ਸਾਲਾਂ ਦੇ ਵਿੱਚ ਵਾਪਸ ਖੜਾ ਕਰਨਾ ਪੰਜਾਬ ਵਾਸ ਲਾਈਕ ਇੰਪੋਸੀਬਲ। ਲੇਕਿਨ ਐਫਰਟਸ ਹੈਵ ਬੀਨ ਮੇਡ। ਲੋਕ ਜਾਣਦੇ ਆ, ਲੋਕਾਂ ਦੇ ਸਾਹਮਣੇ ਆ। 2022 ਚ ਫੈਸਲਾ ਦੇ ਦੇਣਗੇ, ਅਸੀਂ ਸਵੀਕਾਰ ਕਰ ਲਾਂਗੇ। ਥੈਂਕ ਯੂ ਡਾਕਟਰ ਸੰਧੂ, ਥੈਂਕ ਯੂ ਵੈਰੀ ਮਚ। ਪੰਜਾਬ ਦੇ ਲੋਕ ਫੈਸਲਾ ਕਰਨਗੇ ਕੌਣ ਜ਼ਿੰਮੇਵਾਰ ਹੈ, ਕੌਣ ਪੰਜਾਬ ਦਾ ਹਿਤੈਸ਼ੀ ਹੈ ਤੇ ਕੌਣ ਪੰਜਾਬ ਦਾ ਵੈਰੀ ਹੈ। ਇੱਕ ਸਵਾਲ ਜਿਹੜਾ ਆਪਾਂ ਲੈ ਕੇ ਆਏ ਸੀ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈਗਾ, ਜਿਹਨੂੰ ਆਪਾਂ ਮੌਨਸੂਨ ਸੈਸ਼ਨ ਦੀ ਗੱਲ ਕਰਦੇ ਹਾਂ, ਇੱਕ ਰੋਜ਼ਾ ਕਿਉਂ ਨਹੀਂ ਲੋਕਾਂ ਦੇ ਮੁੱਦਿਆਂ ਤੇ ਚਰਚਾ ਹੋ ਸਕਦੀ ਹੈ? ਸਾਡੇ ਜਿਹੜੇ ਮੁੱਖ ਮਹਿਮਾਨ ਆਪਣੇ ਤੌਰ ਤੇ ਉਹਨਾਂ ਦੀ ਰਾਏ ਹੋ ਸਕਦੀ ਹੈ, ਪਰ ਇੱਕ ਗੱਲ ਤੇ ਤਿੰਨਾਂ ਦੀ ਸਹਿਮਤੀ ਹੈ ਕਿ ਪੰਜਾਬ ਦੇ ਮੁੱਦਿਆਂ ਤੇ ਸੈਸ਼ਨ 'ਚ ਚਰਚਾ ਹੋਣੀ ਚਾਹੀਦੀ ਹੈ। ਇਹਨਾਂ ਮਾਮਲਿਆਂ ਤੇ ਆਉਣ ਦੇ ਲਈ ਮੈਂ ਤੁਹਾਡੇ ਸਾਰਿਆਂ ਵੱਲੋਂ ਆਪਣੇ ਤਿੰਨਾਂ ਹੀ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।